ਉਹਦੇ ਫਤਿਹ ਬੁਲਾਊਗਾ। शुरू हो गया। ਸਮੁੱਚੇ ਸਿੱਖ ਜਗਤ ਨੂੰ ਭਾਈ ਜਗਜੀਤ ਸਿੰਘ ਅਹਿਮਦਪੁਰ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਅਸੀਂ ਇਤਿਹਾਸ ਦੇ ਐਸੇ ਪਾਤਰ ਦੇ ਬਾਰੇ ਵਿਚਾਰ ਕਰਨ ਵਾਸਤੇ ਜਾ ਰਹੇ ਹਾਂ ਜਿਹਦੇ ਨਾਲ ਭਾਵੇਂ ਕਿ ਬਹੁਤ ਜ਼ਿਆਦਾ ਇਤਿਹਾਸਕਾਰਾਂ ਨੇ ਇਨਸਾਫ ਨਹੀਂ ਕੀਤਾ, ਪਰ ਫਿਰ ਵੀ ਜਿੰਨੀ ਵੱਡੀ ਉਹਦੀ ਕੁਰਬਾਨੀ ਹੈ, ਸਾਡਾ ਫਰਜ਼ ਬਣਦਾ ਹੈ ਅਸੀਂ ਆਪਣੀ ਜਵਾਨੀ ਨੂੰ ਉਹਦੇ ਬਾਰੇ ਜਾਣਕਾਰੀ ਦਈਏ। ਤੇ ਸਿੱਖ ਕੌਮ ਦੇ ਇਸ ਮਹਾਨ ਪਾਤਰ ਦਾ ਨਾਮ ਹੈ ਬਾਬਾ ਬੰਦਾ ਸਿੰਘ ਬਹਾਦਰ। ਇਹਨਾਂ ਦੇ ਬਾਰੇ ਜਾਣਕਾਰੀ ਦੇਣ ਵਾਸਤੇ ਅੱਜ ਸਾਡੇ ਕੋਲ ਪਹੁੰਚੇ ਹਨ ਭਾਈ ਦਿਲਬਾਗ ਸਿੰਘ ਜੀ ਧਾਰੀਵਾਲ, ਜਿਹੜੇ ਸਿੱਖ ਕੌਮ ਦੇ ਮਹਾਨ ਪ੍ਰਚਾਰਕ ਹਨ। ਕਾਫੀ ਲੰਮਾ ਸਮਾਂ ਇਹਨਾਂ ਨੇ ਫੀਲਡ ਵਿੱਚ ਬਤੌਰ ਪ੍ਰਚਾਰ ਦੀ ਸੇਵਾ ਵੀ ਕੀਤੀ ਹੈ। ਆਓ ਉਹਨਾਂ ਨੂੰ ਅੱਜ ਜਿਉਂ ਆਇਆਂ ਕਹਿੰਦਿਆਂ ਹੋਇਆਂ ਗੁਰਫਤਿਹ ਨਾਲ ਸਾਂਝ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਭਾਈ ਦਿਲਬਾਗ ਸਿੰਘ ਜੀ, ਬਾਬਾ ਬੰਦਾ ਸਿੰਘ ਬਹਾਦਰ ਇਤਿਹਾਸ ਦਾ ਇੱਕ ਐਸਾ ਪਾਤਰ ਹੈ, ਜਿੰਨੀ ਵੱਡੀ ਉਹਦੀ ਕੁਰਬਾਨੀ ਹੈ ਓਨੇ ਵੱਡੇ ਪੱਧਰ ਦੇ ਉੱਤੇ ਅਸੀਂ ਉਹਦੇ ਨਾਲ ਇਨਸਾਫ ਨਹੀਂ ਕੀਤਾ। ਅੱਜ ਅਸੀਂ ਆਪਣੇ ਬੱਚਿਆਂ ਨੂੰ ਪੁੱਛ ਲਈਏ ਕਿ ਬਾਬਾ ਬੰਦਾ ਸਿੰਘ ਬਹਾਦਰ ਕੌਣ ਸੀ, ਉਹ ਕਿੱਥੇ ਪੈਦਾ ਹੋਇਆ, ਉਹਦੀ ਕੀ ਦੇਣ ਹੈ ਇਤਿਹਾਸ ਨੂੰ, ਤੇ ਸਾਡੇ ਬੱਚੇ ਇਸ ਗੱਲ ਤੋਂ ਅਣਜਾਣ ਨੇ। ਤੇ ਅਸੀਂ ਤੁਹਾਡੇ ਕੋਲੋਂ ਪਹਿਲਾਂ ਤੇ ਉਹਨਾਂ ਦੇ ਬਚਪਨ ਬਾਰੇ ਜਾਣਨਾ ਚਾਹਾਂਗੇ। ਸਭ ਤੋਂ ਪਹਿਲਾਂ ਸਾਡੇ ਦਰਸ਼ਕਾਂ ਨੂੰ ਤੁਸੀਂ ਉਹਨਾਂ ਦੇ ਮੁੱਢਲੇ ਜੀਵਨ ਦੇ ਬਾਰੇ ਜਾਣਕਾਰੀ ਦਿਓ। ਗੁਰੂ ਪਿਆਰ ਵਾਲਿਓ, ਅੱਜ ਅਸੀਂ ਸਿੱਖ ਕੌਮ ਦੇ ਮਹਾਨ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ ਦੇ ਜੀਵਨ ਦੇ ਬਾਬਤ ਵਿਚਾਰਾਂ ਦੀ ਸਾਂਝ ਪਾ ਰਹੇ ਹਾਂ। ਸੋ ਬੜੇ ਪਿਆਰ ਦੇ ਨਾਲ ਭਾਈ ਸਾਹਿਬ ਉਹਨਾਂ ਨੇ ਇੱਕ ਆਪਾਂ ਨੂੰ ਬੰਦਾ ਸਿੰਘ ਬਹਾਦਰ ਦੇ ਜੀਵਨ ਬਾਬਤ ਪੱਖ ਵਿਚਾਰਨ ਦਾ ਜਿਹੜਾ ਉਹ ਮੁੱਦਾ ਸਾਡੇ ਸਾਹਮਣੇ ਰੱਖਣਾ ਕੀਤਾ ਹੈ। ਬੰਦਾ ਸਿੰਘ ਬਹਾਦਰ ਕੌਮ ਦਾ ਉਹ ਜਰਨੈਲ ਮਹਾਨ ਸੂਰਮਾ ਯੋਧਾ ਹੋਇਆ ਹੈ, ਜਿਹਨੂੰ ਅਸੀਂ ਬੜੇ ਮਾਣ ਦੇ ਨਾਲ ਫਕਰ ਦੇ ਨਾਲ ਸਿੱਖ ਕੌਮ ਦਾ ਪਹਿਲਾ ਬਾਦਸ਼ਾਹ ਜਰਨੈਲ ਕਰਕੇ ਵੀ ਯਾਦ ਕਰਦੇ ਹਾਂ, ਜਿਨ੍ਹਾਂ ਨੇ ਸਿੱਖ ਰਾਜ ਕਾਇਮ ਕੀਤਾ ਹੈ। ਸੋ ਉਹਦਾ ਪਿਛੋਕੜ ਸਾਨੂੰ ਵਾਚਣਾ ਬਹੁਤ ਜ਼ਰੂਰੀ ਹੈ। ਦੇਖੋ, ਐਡਾ ਕੌਮ ਦਾ ਮਹਾਨ ਜਰਨੈਲ ਹੈ, ਜਿਹਨੇ ਪੂਰੀ ਕੌਮ ਦੇ ਅੰਦਰ ਇੱਕ ਚੜ੍ਹਦੀ ਕਲਾ ਦੇ ਨਾਲ ਗੁਰੂ ਗੋਬਿੰਦ ਸਿੰਘ ਜੀ ਤੋਂ ਬਾਅਦ ਇੱਕ ਐਸਾ ਇਨਕਲਾਬ ਪੈਦਾ ਕੀਤਾ ਵੀ ਕੌਮ ਜਿਹੜੀ ਚੜ੍ਹਦੀ ਕਲਾ 'ਚ ਰਹੀ। ਬਿਲਕੁਲ। ਸੋ ਉਹਨਾਂ ਦਾ ਪਿਛੋਕੜ ਜਦੋਂ ਅਸੀਂ ਵਾਚਦੇ ਹਾਂ, ਇਤਿਹਾਸਕਾਰਾਂ ਨੂੰ ਪੜ੍ਹਦੇ ਹਾਂ, ਸੁਣਦੇ ਹਾਂ, ਵਿਚਾਰਦੇ ਹਾਂ, ਅਤੇ ਉਹਦਾ ਜਿਹੜਾ ਪਿਛੋਕੜ ਹੈ, ਸੋ ਉਹਨਾਂ ਦਾ ਜਿਹੜਾ ਜਨਮ ਹੈ ਉਹ ਤਕਰੀਬਨ ਕੋਈ ਇਤਿਹਾਸਕਾਰਾਂ ਨੇ ਸਤੰਬਰ, ਕੋਈ ਅਕਤੂਬਰ 'ਚ ਵੀ ਬਹੁਤੀ ਮਾਇਨੇ ਰੱਖਦਾ। ਵੈਸੇ ਬਹੁਤ ਇਤਿਹਾਸਕਾਰਾਂ ਨੇ 20 ਅਕਤੂਬਰ 1670 ਈਸਵੀ ਜਿਹੜਾ ਹੈ ਰਜੌਰੀ ਜ਼ਿਲ੍ਹਾ ਪੁੰਛ ਜਿਹੜਾ ਹੈ ਉਹਦੇ ਵਿੱਚ ਉਹਨਾਂ ਦਾ ਜਨਮ ਲਿਖਿਆ ਵੀ ਭਾਵ ਰਜੌਰੀ ਇਲਾਕਾ ਪੁੰਛ ਜ਼ਿਲ੍ਹੇ ਦੇ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਦਾ ਜਨਮ ਹੁੰਦਾ। ਉਹਨਾਂ ਦਾ ਪਿਤਾ ਦਾ ਨਾਮ ਜਿਹੜੇ ਇਤਿਹਾਸਕਾਰ ਲਿਖਦੇ ਆ ਰਾਮਦੇਵ ਕਰਕੇ, ਰਾਜਪੂਤ ਉਹਨਾਂ ਦਾ ਜੀਵਨ ਭਾਰਤਵਾਜ ਕਰਕੇ ਵੀ ਨਾਲ ਲਿਖਿਆ ਕਈ ਵਿਦਵਾਨਾਂ ਨੇ। ਦੂਸਰੀ ਗੱਲ, ਮਾਤਾ ਦਾ ਨਾਮ ਬਹੁਤ ਵਿਦਵਾਨਾਂ ਨੇ ਕਿਸੇ ਨੇ ਕੋਈ ਲਿਖਿਆ ਨਹੀਂ ਜਾਂ ਉਹਨਾਂ ਨੂੰ ਲਿਖਤ 'ਚ ਨਹੀਂ ਆਇਆ। ਸੋ ਪਿਤਾ ਦਾ ਨਾਮ ਜਿਹੜਾ ਬਾਬਾ ਰਾਮਦੇਵ ਕਰਕੇ ਵੀ ਆਪਾਂ ਕਹਿ ਸਕਦੇ ਹਾਂ ਕਿ ਰਾਮਦੇਵ ਜੀ ਨੂੰ ਪਿਤਾ ਸਤਿਕਾਰਯੋਗ ਨੇ, ਜਿਨ੍ਹਾਂ ਦਾ ਮਹਾਨ ਪੁੱਤਰ ਏਡਾ ਵੱਡਾ ਹੋਇਆ ਕੌਮ ਦੇ ਵਿੱਚ। ਜਦੋਂ ਅਸੀਂ ਵਾਚਦੇ ਹਾਂ ਵੀ ਬਾਬਾ ਬੰਦਾ ਸਿੰਘ ਬਹਾਦਰ, ਪਹਿਲਾ ਨਾਮ ਉਹਨਾਂ ਦਾ ਲਛਮਣ ਦਾਸ ਹੈ। ਬਚਪਨ ਦੇ ਵਿੱਚ ਉਹਨਾਂ ਨੂੰ ਲਛਮਣ ਦਾਸ ਕਰਕੇ ਨਾਮ ਜਿਹੜਾ ਯਾਦ ਕਰਦੇ ਸੀ। ਬਚਪਨ ਦੇ ਵਿੱਚ ਹੀ ਉਹਨਾਂ ਦੇ ਮਾਤਾ ਪਿਤਾ ਨੇ ਮਤਲਬ ਉਹਨਾਂ ਨੂੰ ਬਹੁਤ ਚੜ੍ਹਦੀ ਕਲਾ ਦੇ ਨਾਲ ਇੱਕ ਪਾਲਣਾ ਕੀਤੀ ਹੈ। ਜਿਵੇਂ ਅਸੀਂ ਉਹਨਾਂ ਦਾ ਜੀਵਨ ਪੜ੍ਹਦੇ ਨੇ ਜਦੋਂ, ਅਤੇ ਇਹ ਪੜ੍ਹਦੇ ਵੀ ਬਚਪਨ ਦੇ ਵਿੱਚ ਉਹਨਾਂ ਨੇ ਚੰਗੀ ਘੋੜ ਸਵਾਰੀ, ਤੀਰਅੰਦਾਜ਼ੀ, ਗੱਤਕੇ ਦੇ ਵਿੱਚ ਮੰਨ ਲਓ ਕਿ ਉਹਨਾਂ ਨੇ ਸ਼ਾਸਤਰ ਚਲਾਉਣੇ, ਜਿਵੇਂ ਆਪਾਂ ਗੱਲ ਕਹਿੰਦੇ ਨੇ ਗੱਤਕਾ ਖੇਡਦੇ ਆ ਆਪਣੇ ਬੱਚਿਆਂ ਨੂੰ ਜਾਂ ਆਪਣੇ ਸਿੱਖ। ਸੋ ਕਾਫੀ ਚੀਜ਼ਾਂ ਵਿੱਚ ਮਾਹਰ ਸਨ ਬਚਪਨ ਦੇ ਵਿੱਚ। ਦੂਸਰੀ ਗੱਲ ਜਿਹੜੀ ਮੈਂ ਵਿਦਿਆ ਦੀ ਗੱਲ ਕਰਨੀ ਚਾਹਾਂਗਾ, ਕੁਛ ਵਿਦਵਾਨਾਂ ਨੂੰ ਪੜ੍ਹਿਆ ਸੀ ਵੀ ਵਿਦਿਆ ਵੀ ਜੇ ਆਪਾਂ ਗੱਲ ਕਰੀਏ ਵੀ ਚਲੋ ਉਸ ਸਮੇਂ ਕੁਝ ਕਹਿੰਦੇ ਵੀ ਉਹਨਾਂ ਨੂੰ ਬਹੁਤਾ ਪੜ੍ਹਨ ਦਾ ਸਮਾਂ ਨਹੀਂ ਮਿਲਿਆ, ਪਰ ਉਹਨਾਂ ਨੇ ਜਿਹੜਾ ਆਪਣੇ ਅੰਦਰ ਜੋ ਜਜ਼ਬਾ, ਜੋ ਆਪਣੇ ਅੰਦਰ ਜਿਹੜਾ ਸਿੱਖੀ ਦੇ ਵਿੱਚ ਉਹਨਾਂ ਨੇ ਅੱਗੇ ਜਾ ਕੇ ਵਿਚਾਰਾਂ ਕੀਤਾ, ਉਹਦੇ ਨਾਲ ਸਾਨੂੰ ਇਹ ਗੱਲ ਵੀ ਬਚਣੀ ਪਵੇਗੀ ਕਿ ਉਹਨਾਂ ਨੇ ਫਾਰਸੀ ਬਹੁਤ ਵਧੀਆ ਜਾਣਦੇ ਸਨ। ਮਤਲਬ ਕਿ ਕਾਫੀ ਕੁਝ ਉਹਨਾਂ ਨੇ ਜਿਹੜਾ ਉਹ ਲਿਖਤਾਂ ਵੀ ਸਾਨੂੰ ਮਿਲਦੀਆਂ, ਜਿਵੇਂ ਮੋਹਰ ਉਹਨਾਂ ਨੇ ਬਣਾਇਆ ਅੱਗੇ ਜਾ ਕੇ ਸਾਰਾ ਕੁਝ ਬਚਾਂਗੇ ਕਿ ਉਹਨਾਂ ਨੂੰ ਪੜ੍ਹਾਈ ਵਾਲੇ ਪੱਖ ਤੋਂ ਵੀ ਕਾਫੀ ਜਾਣਕਾਰੀ ਸੀ।
ਕਿਉਂਕਿ ਕਾਂਸ਼ੀ ਦਾ ਜਿਹੜਾ ਇਲਾਕਾ ਵਾ ਇੱਥੇ ਬਹੁਤ ਜ਼ਿਆਦਾ ਵਿਦਵਾਨ ਲੋਕ ਰਹਿੰਦੇ ਸੀ ਬਿਲਕੁਲ ਠੀਕ ਹੈ। ਤੇ ਉਹ ਜਿਹੜੀ ਸੰਸਕ੍ਰਿਤ ਭਾਸ਼ਾ ਵਾ ਉਹ ਬ੍ਰਾਹਮਣ ਤੇ ਪੰਡਤ ਲੋਕਾਂ ਦੀ ਭਾਸ਼ਾ ਸੀ, ਜਿਹਦੇ ਕਰਕੇ ਆਮ ਲੋਕਾਂ ਤੱਕ ਉਹਨਾਂ ਨੂੰ ਐਜੂਕੇਸ਼ਨ ਦਾ ਪੱਖ ਪਹੁੰਚਣ ਨਹੀਂ ਦਿੱਤਾ। ਬਿਲਕੁਲ ਤੇ ਜਿਹਦੇ ਕਰਕੇ ਹੀ ਲਛਮਣ ਦਾਸ ਜਿਹੜਾ ਸੀ ਉਹ ਕਿਤੇ ਨਾ ਕਿਤੇ ਪੜ੍ਹਾਈ ਦੇ ਪੱਖ ਤੋਂ ਅਣਜਾਣ ਰਹਿ ਗਿਆ ਸੀ। ਪਰ ਜਿੱਥੋਂ ਤੱਕ ਉਹਨੂੰ ਘਰ ਦੇ ਵਿੱਚੋਂ ਜਾਣਕਾਰੀ ਮਿਲੀ, ਵੀ ਮਾਤਾ ਪਿਤਾ ਇਲਾਕਾ ਕਰਨਗੇ ਬਿਲਕੁਲ। ਕਾਫੀ, ਫਿਰ ਵੀ ਉਹਨੂੰ ਜਾਣਕਾਰੀ ਸੀ, ਅੱਗੇ ਜਾ ਕੇ ਆਪਾਂ ਉਹ ਚੀਜ਼ ਵਿਚਾਰਾਂਗੇ। ਸੋ ਜਿੱਥੋਂ ਅਸੀਂ ਪੜ੍ਹਦੇ ਉਹਨਾਂ ਦਾ ਇਤਿਹਾਸ ਪੜ੍ਹਨ ਦੇ ਜੀਵਨ ਵਿੱਚ ਐਡਾ ਵੱਡਾ ਇਨਕਲਾਬ ਆਉਣਾ, ਮੰਨ ਲਓ ਕਿ ਇਸ ਪਾਸੇ ਉਹਨੂੰ ਬਿਰਤ ਪਾਉਣੀ, ਵੱਡੇ ਵੱਡੇ ਇਨਕਲਾਬ 'ਚ ਜਾਣਾ, ਇੱਕ ਨਿੱਕੀ ਜਿਹੀ ਘਟਨਾ ਅਸੀਂ ਉਹਦੇ ਜੀਵਨ 'ਚ ਪੜ੍ਹਦੇ, ਜੀ ਘਟਨਾ ਨੇ ਬਹੁਤ ਕੁਝ ਉਹਨਾਂ ਨੂੰ ਸਿਖਾਇਆ ਤੇ ਬਹੁਤ ਕੁਝ ਚੇਂਜ ਬਦਲਾਅ ਜ਼ਿੰਦਗੀ 'ਚ ਉਹਨਾਂ ਦੇ ਆਉਣਾ। ਉਹ ਅਸੀਂ ਆਮ ਹੀ ਘਟਨਾ ਵਿਦਵਾਨਾਂ ਪਾਸੋਂ ਪੜ੍ਹਦੇ ਹਾਂ। ਇੱਕ ਦਿਨ ਬਾਬਾ ਬੰਦਾ ਸਿੰਘ ਬਹਾਦਰ ਭਾਗ ਲਛਮਣ ਦਾਸ ਜੀ, ਕਿਉਂਕਿ ਅਸੀਂ ਬੰਦਾ ਸਿੰਘ ਬਹਾਦਰ ਬਾਰ-ਬਾਰ ਲਫ਼ਜ਼ ਜੀ ਬੋਲਾਂਗੇ, ਸਾਡੀ ਕੌਮ ਦੇ ਯੋਧੇ ਨੇ, ਤੇ ਲਛਮਣ ਦਾਸ ਵੈਸੇ ਨਾਮ ਬਚਪਨ। ਇੱਕ ਦਿਨ ਉਹ ਕਹਿੰਦੇ ਵੀ ਸ਼ਿਕਾਰ ਕਰਨ ਵਾਸਤੇ ਨਿਕਲਦੇ ਬਚਪਨ ਦੇ ਵਿੱਚ ਹੀ, ਤੇ ਜਦੋਂ ਉਹ ਸ਼ਿਕਾਰ ਕਰਨ ਵਾਸਤੇ ਨਿਕਲਦੇ ਤਾਂ ਬਹੁਤ ਤੀਰ ਅੰਦਾਜ਼ੀ ਸਨ, ਸ਼ਿਕਾਰੀ ਬਹੁਤ ਵੱਡੇ, ਬੜੀ ਤੇਜ਼ੀ ਦੇ ਨਾਲ ਤੀਰ ਜਿਹੜਾ ਉਹ ਚਲਾਉਂਦੇ ਸੀ, ਜਾਣੀ ਕਿ ਸਾਰਾ ਕੁਝ ਜਾ ਸਿੱਖਿਆ ਹੋਇਆ ਸੀ। ਸੋ ਜਦੋਂ ਸ਼ਿਕਾਰ ਕਰਨ ਜੰਗਲ 'ਤੇ ਨਿਕਲਦੇ ਤੇ ਆਪਾਂ ਸੁਣਦੇ ਇਤਿਹਾਸ ਪੜ੍ਹਦੇ ਵੀ ਉਹਨਾਂ ਨੇ ਇੱਕ ਹਿਰਨੀ ਦਾ ਸ਼ਿਕਾਰ ਕੀਤਾ। ਬਿਲਕੁਲ ਹਿਰਨੀ ਦਾ ਸ਼ਿਕਾਰ ਕਰਨ ਤੋਂ ਬਾਅਦ ਜਦੋਂ ਕੋਲ ਗਏ, ਨਜ਼ਦੀਕ ਗਏ, ਵੇਖਿਆ, ਤੇ ਉਹ ਵੇਖਣ ਤੋਂ ਬਾਅਦ ਉਹਨਾਂ ਨੂੰ ਮਹਿਸੂਸ ਹੋਇਆ ਵੀ ਉਹਨਾਂ ਨੇ ਇੱਕ ਦਿਲ ਅੰਦਰ ਕੰਬ ਗਿਆ, ਉਹਨਾਂ ਦਾ ਇੱਕ ਵਾਰੀ ਰੂਹ ਕੰਬ ਗਈ ਉਹਨਾਂ ਦੀ ਵੀ ਹੋਇਆ ਕੀ ਹੈ। ਹਿਰਨੀ ਦਾ ਪੇੜ ਪਾਟਾ ਤੇ ਜਿਹਦੇ ਵਿੱਚੋਂ ਦੋ ਬੱਚੇ ਤੜਫਦੇ ਬਾਹਰ ਨਿਕਲੇ ਤੇ ਉਹ ਮਰ ਗਏ। ਜਿਹੜੀ ਬੱਚੀ ਹਿਰਨੀ ਸੌਣ ਵਾਲੀ ਸੀ। ਬੰਦਾ ਸਿੰਘ ਬਹਾਦਰ ਭਾਵ ਲਛਮਣ ਦਾਸ ਕੋਲੋਂ ਇਹ ਚੀਜ਼ ਬਰਦਾਸ਼ਤ ਨਹੀਂ ਹੋਈ। ਇੰਨਾ ਵਿਰਾਗ 'ਚ ਇੰਨਾ ਇਹ ਚਿੰਤਾ ਚਲੇ ਗਿਆ, ਭਾਵ ਇਹਨੇ ਅੰਦਰੋਂ ਆਪਣੇ ਸਾਰਾ ਕੁਝ ਤਿਆਗ ਦਿੱਤਾ, ਸ਼ਸਤਰ ਚਲਾਉਣੇ, ਘਰ-ਬਾਰ ਤਿਆਗ ਦਿੱਤਾ, ਸਾਰਾ ਕੁਝ ਛੱਡ ਦਿੱਤਾ। ਇਹ ਵੀ ਇਤਿਹਾਸ ਗੱਲ ਲਿਖਦੇ ਵੀ ਉਸੇ ਸਮੇਂ ਉਹਨਾਂ ਨੇ ਜਿਹੜਾ ਆਪਣਾ ਧਨੁਖ ਸੀ, ਤੀਰ ਸੀ, ਉੱਥੇ ਉਹਨਾਂ ਨੇ ਸੁੱਟਤੇ ਵੀ ਅੱਜ ਤੋਂ ਬਾਅਦ ਮੈਂ ਇਹ ਕੁਝ ਨਹੀਂ ਕਰਾਂਗਾ। ਵੀ ਇਹਨਾਂ ਉਹਨਾਂ ਸੰਨਿਆਸ ਲੈ ਲਿਆ ਇਸ ਕੰਮ। ਬਿਲਕੁਲ ਅਸੀਂ ਉਹਨਾਂ ਦੇ ਜੀਵਨ ਦੇ ਬਾਬਤ ਵਿਚਾਰ ਕੀਤੀ ਹੈ। ਇਸ ਤੋਂ ਬਾਅਦ ਉਹਨਾਂ ਦਾ ਜਿਹੜਾ ਜੀਵਨ ਆ ਉਹਦੇ ਵਿੱਚ ਇੱਕ ਇਸ ਤਰ੍ਹਾਂ ਦੀ ਤਬਦੀਲੀ ਆਉਂਦੀ ਹੈ ਵੀ ਬਿਲਕੁਲ ਉਹਨਾਂ ਦਾ ਜੀਵਨ ਪਹਿਲੇ ਵਰਗਾ ਨਹੀਂ ਰਹਿੰਦਾ। ਉਹ ਬਿਲਕੁਲ ਸਾਧੂ ਸੁਭਾਅ ਦੇ ਹੋ ਜਾਂਦੇ ਨੇ, ਸਭ ਕੁਝ ਛੱਡ ਦਿੰਦੇ ਨੇ। ਨਾ ਉਹਨਾਂ ਦਾ ਘਰ ਵਿੱਚ ਦਿਲ ਲੱਗਦਾ ਵਾ, ਨਾ ਉਹਨਾਂ ਦਾ ਕਿਤੇ ਆਪਣੇ ਯਾਰਾਂ ਬੇਲੀਆਂ ਦੇ ਵਿੱਚ ਚਿੱਤ ਲੱਗਦਾ। ਤੇ ਅਖੀਰ ਉਹਨਾਂ ਦੇ ਪਿੰਡ ਦੇ ਵਿੱਚ ਜਿਹੜੇ ਉਹਨਾਂ ਇੱਕ ਜਾਨਕੀ ਪ੍ਰਸਾਦ ਨਾਮ ਦਾ ਸਾਧੂ ਹੁੰਦਾ, ਉਹ ਇਹ ਤੋਂ ਬਾਅਦ ਉਹ ਅਲੱਗ-ਅਲੱਗ ਗੁਰੂਆਂ ਨੂੰ ਆਪਣੀ ਜ਼ਿੰਦਗੀ ਦੇ ਵਿੱਚੋਂ ਧਾਰਨ ਕਰਦੇ ਆ। ਤੇ ਗੁਰੂਆਂ ਨੂੰ ਧਾਰਨ ਕਰਨ ਦਾ ਉਹਨਾਂ ਦਾ ਮਕਸਦ ਕੀ ਸੀ ਤੇ ਕੀ ਜਿਹੜੀ ਤਬਦੀਲੀ ਉਹ ਚਾਹੁੰਦੇ ਸੀ, ਉਹ ਤਬਦੀਲੀ ਉਹਨਾਂ ਦੇ ਜੀਵਨ ਵਿੱਚ ਬਾਅਦ ਵਿੱਚ ਆਈ ਆ ਕਿ ਨਹੀਂ ਆਈ। ਤੁਹਾਡਾ ਦੂਸਰਾ ਸਵਾਲ ਹੈ ਵੀਰ ਜੀ, ਤੁਸੀਂ ਕਹਿ ਰਹੇ ਹੋ ਵੀ ਜਿਸ ਵੇਲੇ ਹਿਰਨੀ ਦੇ ਸ਼ਿਕਾਰ ਤੋਂ ਬਾਅਦ ਉਹਨਾਂ ਦੇ ਅੰਦਰ ਇੱਕ ਤੜਫ, ਇੱਕ ਵੈਰਾਗ ਆ ਜਾਂਦਾ ਹੈ, ਇੱਕ ਦਰਦ ਆ ਜਾਂਦਾ ਵੀ ਮੇਰੇ ਤੋਂ ਬਹੁਤ ਵੱਡਾ ਗੁਨਾਹ ਹੋ ਗਿਆ, ਜਿਵੇਂ ਉਹ ਪਾਪ ਹੋ ਗਿਆ ਬਹੁਤ ਵੱਡਾ, ਤੇ ਉਹ ਵੈਰਾਗੀ ਬਣ ਕੇ ਪਾਪ ਅੰਦਰੋਂ ਸਾਰਾ ਕੁਝ ਤਿਆਗ ਦਿੰਦੇ ਆ। ਘਰ-ਬਾਰ ਕਿਤੇ ਵੀ ਉਹਨਾਂ ਦਾ ਚਿੱਤ ਨਹੀਂ ਲੱਗਦਾ, ਜਿਵੇਂ ਤੁਸੀਂ ਜ਼ਿਕਰ ਕਰ ਰਹੇ ਸੀ। ਤੇ ਉਹ ਜਾਨਕੀ ਪ੍ਰਸਾਦ ਇੱਕ ਗੁਰੂ ਧਾਰਨ ਕਰਦੇ ਆ ਤੇ ਉਹਨਾਂ ਕੋਲ ਰਹਿੰਦੇ ਕੁਝ ਸਮਾਂ, ਜਦੋਂ ਜਿਵੇਂ ਜਿਵੇਂ ਵਿਚਰਦੇ ਆ, ਪਰ ਉਹਨਾਂ ਦਾ ਮਨ ਅੰਦਰ ਸ਼ਾਂਤੀ ਨਹੀਂ ਬਣ ਰਹੀ, ਮਨ 'ਚ ਭੜਕਣਾ ਉਵੇਂ ਹੀ ਹੈ, ਉਹ ਖਿਆਲ ਉਵੇਂ ਹੀ ਆ ਰਹੇ। ਬਿਲਕੁਲ ਸੀਨ ਬਾਰ-ਬਾਰ ਅੱਖਾਂ ਸਾਹਮਣੇ ਆ ਰਿਹਾ ਹੈ। ਜਿਸ ਭਾਵਨਾ ਲੈ ਕੇ ਜਾਨਕੀ ਪ੍ਰਸਾਦ ਕੋਲ ਜਾਂਦੇ ਪਰ ਗੱਲ ਬਣਦੀ ਨਹੀਂ। ਇਤਿਹਾਸਕਾਰ ਲਿਖਦੇ ਵੀ ਜਾਨਕੀ ਪ੍ਰਸਾਦ ਦੇ ਨਾਲ ਨਾਲ ਉਹਨਾਂ ਨੂੰ ਵਿਚਰਦਿਆਂ ਹੋਇਆਂ ਰਾਮ ਥੰਮਣ ਦੇ ਡੇਰੇ 'ਤੇ ਜਾਂਦੇ। ਕਿਸੇ ਇਤਿਹਾਸਕਾਰ ਨੇ ਲਿਖਿਆ ਵੀ ਰਾਮ ਥੰਮਣ ਦਾ ਡੇਰਾ ਵਾ, ਉੱਥੋਂ ਦਾ ਰਹਿਣ ਵਾਲਾ ਗੁਰੂ ਨਾਨਕ ਸਾਹਿਬ ਦਾ ਬਸ ਦਾ ਪੁੱਤਰ, ਕਿਤੇ ਇਹ ਪੜ੍ਹਨ ਨੂੰ ਲਿਖਣ ਨੂੰ ਮਿਲਦਾ ਇਹ ਮਿਲਦਾ। ਹਾਂਜੀ, ਉਹ ਰਾਮ ਥੰਮਣ ਦੇ ਡੇਰੇ ਤੋਂ ਬਾਅਦ ਜਾਨਕੀ ਪ੍ਰਸਾਦ ਨੂੰ ਛੱਡ ਕਰਕੇ ਉਹ ਰਾਮਦੇਵ ਦੇ ਜਿਹੜੇ ਹੈ ਰਾਮਦਾਸ ਜੀ ਦਾ ਬਣ ਜਾਂਦੇ ਚੇਲਾ। ਉਹਨਾਂ ਨੂੰ ਛੱਡ ਦਿੰਦੇ ਵੀ ਨਹੀਂ ਮੈਂ ਤੁਹਾਡੇ ਨਾਲ ਨਹੀਂ, ਕਿਉਂਕਿ ਉਹਨਾਂ ਨੂੰ ਉਹ ਚੀਜ਼ ਨਹੀਂ ਮਿਲੀ। ਹੁਣ ਰਾਮਦਾਸ ਤੋਂ ਬਾਅਦ ਉਹ ਕਾਫੀ ਸਮਾਂ ਉਹਦੇ ਨਾਲ ਵਿਚਰਦੇ, ਉੱਥੇ ਵੀ ਸਕੂਨ ਨਹੀਂ ਮਿਲਦਾ। ਤੇ ਤੁਹਾਡਾ ਸਵਾਲ ਸੀ ਵੀ ਕੀ ਉਹਨਾਂ ਨੇ ਗੁਰੂ ਵੱਖ-ਵੱਖ ਧਾਰਨ ਕੀਤੇ, ਤੇ ਧਾਰਨ ਕਿਉਂ ਕੀਤੇ? ਧਾਰਨ ਉਹਨਾਂ ਨੇ ਕੀਤੇ ਵੀ ਜੋ ਮੇਰੇ ਅੰਦਰ ਵਿਰਾਗ ਆ ਗਿਆ, ਜੋ ਮੇਰੇ ਅੰਦਰ ਦਰਦ ਪੈਦਾ ਹੈ, ਪਾਪ ਗੁਨਾਹ ਹੋ ਗਿਆ, ਵੀ ਕਿਵੇਂ ਬਖਸ਼ਿਆ ਜਾਊਗਾ, ਕਿ ਮੈਂ ਕਿਵੇਂ ਉਹ ਬਰਦਾਸ਼ਤ ਨਹੀਂ ਕਰ ਸਕੇ ਕਿ ਬੇਜਾਨ ਦੀ ਮੌਤ ਤੋਂ ਬਾਅਦ ਉਹਨਾਂ ਦੇ ਅੰਦਰ ਦੁੱਖ ਆਉਂਦਾ। ਰਾਮਦਾਸ ਦੇ ਕੋਲ ਰਹਿ ਕੇ ਵੀ ਕਾਫੀ ਸਮਾਂ ਉਹਨਾਂ ਨੇ ਵੇਖਿਆ ਕੋਈ ਗੱਲ ਨਹੀਂ ਬਣੀ। ਕਹਿੰਦੇ ਇਤਿਹਾਸਕਾਰ ਲਿਖਦੇ ਕਿ ਉੱਥੋਂ ਫਿਰਦਿਆਂ ਤੁਰਦਿਆਂ ਉਹਨਾਂ ਦੇ ਚੌਂਕ ਜਿਵੇਂ ਕਿ ਉਹ ਸਾਧੂ ਕਿਤੇ ਕਿਤੇ ਤੁਰੇ ਜਾਂਦੇ ਨੇ। ਫਿਰ ਉਹ ਜਿਹੜਾ ਵਾ ਔਗੜਨਾਥ ਕੋਲ ਪਹੁੰਚਦੇ, ਔਗੜਨਾਥ ਦੇ ਡੇਰੇ ਜਾਂਦੇ। ਜਦੋਂ ਔਗੜਨਾਥ ਕੋਲ ਜਾਂਦੇ ਉੱਥੇ ਜਾ ਕੇ ਉਹ ਕਰਦੇ ਕਿ ਜਿਹੜਾ ਵੈਰਾਗ ਉਵੇਂ ਹੀ ਹੈ, ਭੜਕਣਾ ਉਵੇਂ ਹੀ ਹੈ, ਮਨ ਦੇ ਵਿੱਚ ਪਰੇਸ਼ਾਨੀ ਦੁੱਖ ਉਵੇਂ ਹੀ ਹੈ। ਪਰ ਔਗੜਨਾਥ ਕੋਲ ਜਾ ਕੇ ਉਹ ਦੂਜੀ ਚੀਜ਼ ਪਾਵਨ ਦੇ ਭਰ ਅੰਦਰ ਪੈਦਾ ਹੁੰਦੀ ਵੀ ਔਗੜਨਾਥ ਇੱਕ ਰਿੱਧੀਆਂ ਸਿੱਧੀਆਂ ਜੰਤਰ ਮੰਤਰ ਤੰਤਰ ਆਦਿਕ ਦਾ ਜਿਹੜਾ ਉਹ ਭਰਮ ਪਾ ਕੇ ਲੋਕਾਂ ਨੂੰ ਗੁੰਮਰਾਹ ਕਰ ਰਿਹਾ। ਉਹਦੇ ਕੋਲ ਕੁਝ ਤਾਕਤਾਂ ਸ਼ਕਤੀਆਂ ਹੈਗੀਆਂ ਨੇ, ਮੰਨ ਲਓ, ਜਿਹਦੇ ਕਰਕੇ ਲੋਕਾਂ ਨੂੰ ਡਰਾਉਣਾ ਧਮਕਾਉਂਦਾ। ਅਤੇ ਜਿਹੜਾ ਲਛਮਣ ਦਾਸ ਹੈ ਇਹ ਜਿਹੜਾ ਵਾ ਉਹ ਉਹਦੇ ਚੇਲਾ ਬਣ ਜਾਂਦਾ, ਉਹਦੇ ਨਾਲ ਰਹਿਣ ਲੱਗ ਪੈਂਦਾ। ਇਹ ਉਹ ਮਨ ਦੀ ਭੜਕਣਾ ਉਵੇਂ ਹੀ ਹੈ, ਪਰ ਉਸ ਤੋਂ ਖਿਆਲ ਤੋੜ ਕਰਕੇ ਇਰਦੀਆਂ ਸਿੱਧੇ ਚੱਕਰ 'ਚ ਪੈ ਜਾਂਦਾ। ਲੰਮਾ ਸਮਾਂ ਉਹਦੇ ਕੋਲ ਰਹਿਣ ਕਰਕੇ ਉਹਨੂੰ ਗੁਰੂ ਧਾਰਨ ਕਰਕੇ ਉਹਦੀ ਸੇਵਾ ਕਰਦਾ ਹੈ।
ਤੇ ਉਹ ਉਹਨੂੰ ਨੇੜੇ ਲਾਉਂਦਿਆਂ ਔਗੜਨਾਥ ਇੱਕ ਦਿਨ ਜਿਹੜਾ ਉਹਨੂੰ ਸਾਰਾ ਰਾਜ ਆਪਣਾ ਰਾਜ ਭੇਜ ਪਾ ਦੇ ਦਿੰਦਾ ਹੈ। ਔਗੜਨਾਥ ਚਲਾਣਾ ਕਰ ਜਾਂਦਾ ਹੈ। ਉਸ ਤੋਂ ਬਾਅਦ ਉਹਦੀ ਗੱਦੀ ਤੇ ਭਾਵ ਲਛਮਣ ਦਾਸ ਬੈਠ ਜਾਂਦਾ ਹੈ, ਜਿਹਨਾਂ 'ਚ ਬੰਦਾ ਸਿੰਘ ਬਹਾਦਰ ਰੱਖਦੇ। ਦੇਖੋ ਲਛਮਣ ਦਾਸ ਕਿੱਥੋਂ ਚੱਲਿਆ, ਇੱਕ ਘਟਨਾ ਨੇ ਉਹਦੀ ਜ਼ਿੰਦਗੀ ਦੇ ਵਿੱਚ ਤਬਦੀਲੀ ਕੀਤੀ। ਬਿਲਕੁਲ। ਉਹ ਆਪਣੇ ਇਲਾਕੇ ਤੋਂ ਚੱਲਿਆ ਪੁੰਛ ਤੋਂ ਚੱਲ ਕੇ ਉਹ ਗੋਦਾਵਰੀ ਨਦੀ ਦੇ ਕੰਢੇ ਦੇ ਉੱਤੇ ਨਾਸਕ ਦੇ ਲਾਗੇ ਪੰਚਵਟੀ ਦੇ ਸਥਾਨ ਦੇ ਉੱਤੇ ਜਾ ਕੇ ਉਹਦੇ ਜ਼ਿੰਦਗੀ ਦਾ ਜਿਹੜਾ ਪਹਿਲੀ ਜ਼ਿੰਦਗੀ ਦਾ ਪੜਾਅ ਆ ਉਹਦਾ ਅੰਤ ਹੁੰਦਾ। ਜਦੋਂ ਔਗੜਨਾਥ ਦੀ ਮੌਤ ਹੁੰਦੀ ਹੈ, ਉਹ ਆਪਣੀ ਮੌਤ ਤੋਂ ਕੁਝ ਸਮਾਂ ਪਹਿਲਾਂ ਉਹ ਸਾਰਾ ਕੁਝ ਹੀ ਲਛਮਣ ਦਾਸ ਨੂੰ ਸੌਂਪ ਜਾਂਦਾ, ਮਾਧੋ ਦਾਸ ਬੈਰਾਗੀ ਨੂੰ ਸੌਂਪ ਜਾਂਦਾ। ਹੁਣ ਇੱਥੇ ਹੀ ਗੁਰੂ ਗੋਬਿੰਦ ਸਿੰਘ ਮਹਾਰਾਜ ਜਿਹੜੇ ਨੇ, ਇਹਨਾਂ ਦੋਵਾਂ ਦਾ ਜਿਹੜਾ ਸਮਾਂ ਨਾਲੋਂ ਨਾਲ ਚੱਲਦਾ ਜਾਂਦਾ। ਉੱਧਰੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਪੰਜਾਬ ਤੋਂ ਇਸ ਪਾਸੇ ਬਹਾਦਰ ਸ਼ਾਹ ਦੇ ਨਾਲ ਆਉਂਦੇ ਨੇ, ਅਤੇ ਜਦੋਂ ਉਹ ਨਾਸਕ ਦੇ ਲਾਗੇ ਆਉਂਦੇ ਨੇ ਤੇ ਉਹਦੇ ਇੱਕ ਦਾਦੂ ਪੰਥੀਆਂ ਦਾ ਬੜਾ ਵੱਡਾ ਡੇਰਾ ਸੀ, ਜਿਹਦਾ ਮੁਖੀ ਜੈਤ ਰਾਮ ਸੀ। ਉਹਦੇ ਕੋਲੋਂ ਪਤਾ ਲੱਗਦਾ ਵਾ ਵੀ ਇੱਥੇ ਲਾਗੇ ਹੀ ਨਾਸਕ ਪੰਚਵਟੀ ਦੇ ਲਾਗੇ ਜਿਹੜਾ ਮਾਧੋ ਦਾਸ ਆ, ਉਹ ਲੋਕਾਂ ਨੂੰ ਤੇ ਆਮ ਸਾਧੂ ਨੂੰ ਜਿਹੜਾ ਵਾ ਉਹ ਬੇਇੱਜ਼ਤ ਕਰਦਾ, ਉਹਨਾਂ ਦੀ ਤੋਹੀਨ ਕਰਦਾ, ਅਤੇ ਤੁਸੀਂ ਉਹਨੂੰ ਸਿੱਧੇ ਪਾਸੇ ਲੈ ਕੇ ਆਓ। ਕਿਉਂਕਿ ਗੁਰੂ ਸਾਹਿਬਾਨ ਦਾ ਸ਼ੁਰੂ ਤੋਂ ਸਿਧਾਂਤ ਰਿਹਾ ਵੀ ਜਦੋਂ ਲੋਹਾ ਤੱਤਾ ਹੁੰਦਾ ਉਦੋਂ ਸੱਟ ਮਾਰੋ ਤੇ ਅਸਰ ਜ਼ਿਆਦਾ ਹੁੰਦਾ, ਅਤੇ ਜੇ ਲੋਹਾ ਤੱਤਾ ਨਾ ਹੋਵੇ ਉੱਤੇ ਸੱਟ ਜਿੰਨੀ ਮਰਜ਼ੀ ਮਾਰੀ ਜਾਓ ਤੁਸੀਂ ਉਹਨੂੰ ਬਦਲ ਨਹੀਂ ਸਕਦੇ। ਹੁਣ ਲੋਹਾ ਤੱਤਾ ਸੀ, ਪਰ ਜਿਹੜਾ ਉਹਦਾ ਅੰਦਰ ਦਾ ਚੈਨ ਸੀ ਉਹਨੂੰ ਪ੍ਰਾਪਤ ਨਹੀਂ ਹੋਇਆ। ਉਹਨੂੰ ਮਾੜੀ ਦੀ ਚੰਗਿਆੜੀ ਦੀ ਲੋੜ ਸੀ, ਜਿਹੜੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਉਹਨਾਂ ਦੇ ਜੀਵਨ ਦੇ ਵਿੱਚ ਬਾਲੀ। ਹੁਣ ਗੁਰੂ ਗੋਬਿੰਦ ਸਿੰਘ ਮਹਾਰਾਜ ਸਿੱਧਾ ਉੱਥੇ ਗਏ, ਅਤੇ ਉੱਥੇ ਜਾ ਕੇ ਬੜੀ ਜਿਹੜੀ ਗੱਲਬਾਤ ਹੁੰਦੀ ਆ ਉਹਦੇ ਬਾਬਤ ਤੁਹਾਡੇ ਕੀ ਵਿਚਾਰ ਨੇ, ਤੁਸੀਂ ਉਹਦੇ ਬਾਰੇ ਚਾਨਣਾ ਪਾਉਣ ਦਾ ਯਤਨ ਕਰੋ। ਬਿਲਕੁਲ ਜੀ, ਤੁਹਾਡਾ ਸਵਾਲ ਬੜਾ ਦਰੁਸਤ ਹੈ। ਤੁਸੀਂ ਬੜੀ ਗੱਲ ਵਧੀਆ ਕੀਤੀ ਹੈ ਵੀ ਜਿੱਥੋਂ ਲਛਮਣ ਦਾਸ ਬੰਦਾ ਸਿੰਘ ਬਹਾਦਰ ਬਣਦਾ ਹੈ, ਉਹ ਕਿਵੇਂ ਬਣਦਾ? ਇੱਕ ਹਿਰਨੀ ਦੇ ਸ਼ਿਕਾਰ ਤੋਂ ਅੰਦਰ ਵਿਰਾਗ, ਫਿਰ ਵੱਖ-ਵੱਖ ਗੁਰੂਆਂ ਦਾ ਧਾਰਨ ਕਰਨਾ, ਮਨ ਦੀ ਭਟਕਣਾ, ਉਵੇਂ ਹੀ ਸ਼ਾਂਤੀ ਨਹੀਂ ਮਿਲੀ, ਪਰ ਰਿੱਧੀਆਂ ਸਿੱਧੀਆਂ 'ਚ ਫਸ ਜਾਣਾ, ਪੂਰੀ ਦੀਆਂ ਸਿੱਧੀਆਂ ਕਰਕੇ ਲੋਕਾਂ ਨੂੰ ਤੰਗ ਪਰੇਸ਼ਾਨ ਕਰਨਾ ਤੇ ਆਪਣਾ ਟੀਰਾ ਜਮਾ ਲੈਣਾ। ਵੀ ਲੋਕ ਤਾਕਤ ਤੋਂ ਡਰਦੇ, ਮੇਰੇ ਕੋਲ ਤਾਕਤ ਸੀ, ਲੋਕ ਡਰਨ ਲੱਗ ਪਏ, ਉਹਨੇ ਉਹ ਉਸੇ ਪਾਸੇ ਆਪਣਾ ਮੋੜ ਲਿਆ। ਪਰ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਨੇ ਇੱਕ ਜਦੋਂ ਵੀ ਸਿੱਖ ਦੀ ਪਰਖ ਕੀਤੀ ਹੈ ਜਾਂ ਮਤਲਬ ਕਿਸੇ ਦੀ ਪਰਖ ਕੀਤੀ, ਤੇ ਗੁਰੂ ਜੀ ਦਾ ਪਿਛੋਕੜ ਜ਼ਰੂਰ ਵੇਖਿਆ। ਹੁਣ ਗੁਰੂ ਜੀ ਦੇ ਪਿਛੋਕੜ ਨੂੰ ਚੰਗੀ ਤਰ੍ਹਾਂ ਜਾਣਦੇ ਆ। ਇਹ ਰਾਜਪੂਤਾਂ ਦਾ ਲੜਕਾ ਹੈ, ਚੰਗਾ ਤੀਰ ਅੰਦਾਜ਼ੀ ਹੈ, ਚੰਗਾ ਘੋੜਸਵਾਰੀ ਹੈ, ਚੰਗਾ ਇੱਕ ਘਰਾਣੇ ਨਾਲ ਸੰਬੰਧਿਤ ਰੱਖਣ ਵਾਲਾ ਬੱਚਾ ਹੈ, ਵੀ ਇਹਦੇ ਅੰਦਰ ਬੜੀ ਤਗੜੀ ਇੱਕ ਦੇਣ ਹੈ ਕੌਮ ਨੂੰ ਦੇਣ ਵਾਸਤੇ, ਯੋਧਾ ਬਣ ਸਕਦਾ ਹੈ। ਗੁਰੂ ਜੀ ਉਸ ਚੀਜ਼ ਨੂੰ ਜਵਾਜਦਾ ਹੋਇਆ ਜਦੋਂ ਬਹਾਦਰ ਸ਼ਾਹ ਦੇ ਨਾਲ ਉੱਥੇ ਜਾਂਦੇ ਆ, ਅਤੇ ਗੁਰੂ ਪਾਤਸ਼ਾਹ ਮਹਾਰਾਜ ਜੀ ਬੰਦਾ ਸਿੰਘ ਬਹਾਦਰ, ਬਾਬੂ ਦਾਸ ਬੈਰਾਗੀ ਜੀ ਨੂੰ ਆਪਾਂ ਕਰਕੇ, ਹਾਲਾਂਕਿ ਮੈਂ ਇੱਥੇ ਗੱਲ ਤੁਹਾਡੀ ਜ਼ਰੂਰ ਇਹ ਨਾਮ ਨਾਲ ਜ਼ਿਕਰ ਕਰਦਾ ਵਾਂ, ਸਰੋਤਿਆਂ ਨੂੰ ਵੀਰਾਂ ਨੂੰ ਦੱਸ ਦੇਵਾਂ ਵੀ ਹਜੇ ਤੱਕ ਵੀ ਅਸੀਂ ਮਾਧੋ ਦਾਸ ਬੈਰਾਗੀ ਹੀ ਪ੍ਰਚਾਰ ਰਹੇ ਹਾਂ। ਬਿਲਕੁਲ। ਮਾਧੋ ਦਾਸ ਬੈਰਾਗੀ ਤਾਂ ਉਦੋਂ ਤੱਕ ਸੀ ਜਦੋਂ ਤੱਕ ਉਹ ਔਗੜਨਾਥ ਦੇ ਚੇਲੇ ਉਹ ਆਪਣੀ ਗੱਦੀ 'ਤੇ ਬੈਠਾ। ਮਾਧੋ ਦਾਸ ਬੈਰਾਗੀ ਨਹੀਂ ਹੈ, ਉਹ ਬੰਦਾ ਸਿੰਘ ਬਹਾਦਰ ਬਣ ਚੁੱਕਾ। ਅੱਜ ਜਿਹੜੀਆਂ ਉਹਦੀਆਂ ਫੋਟੋਆਂ ਵੀ ਅਸੀਂ ਪ੍ਰਚਾਰ ਰਹੇ ਹਾਂ, ਜਦੋਂ ਭਾਵੇਂ ਉਹਦਾ ਜਨਮ ਦਿਨ ਆਉਂਦਾ, ਭਾਵੇਂ ਉਹਦਾ ਸ਼ਹੀਦੀ ਦਿਨ ਆ, ਅਸੀਂ ਜਿਹੜੀਆਂ ਉਹਦੀਆਂ ਫੋਟੋਆਂ ਵਾ ਉਹ ਬੈਰਾਗੀ ਵਾਲੀਆਂ ਪ੍ਰਚਾਰ ਰਹੇ ਹਾਂ। ਜਿਹੜੀਆਂ ਉਹ ਸਾਫ ਸੂਤ ਖਾਲਸੇ ਵਾਲੀਆਂ ਫੋਟੋਆਂ ਨੇ, ਅਸੀਂ ਉਹਨਾਂ ਨੂੰ ਤਰਜੀਹ ਨਹੀਂ ਦੇ ਰਹੇ। ਅੱਜ ਵੀ ਕਿਤੇ ਨਾ ਕਿਤੇ ਜਿਹੜੀ ਇੱਕ ਸੋਚ ਸਾਡੇ ਇਤਿਹਾਸ ਨੂੰ ਖਤਮ ਕਰਨ ਦੇ ਵਾਸਤੇ ਅੱਡੀ ਚੋਟੀ ਦਾ ਜ਼ੋਰ ਲਾ ਰਹੀ ਹੈ, ਉਹ ਅੱਜ ਵੀ ਉਹ ਮਾਧੋ ਦਾਸ ਬੈਰਾਗੀ ਨੂੰ ਪ੍ਰੈਫਰੈਂਸ ਦੇ ਰਹੀ ਹੈ, ਉਹ ਬੰਦਾ ਸਿੰਘ ਨੂੰ ਪ੍ਰੈਫਰੈਂਸ ਨਹੀਂ ਦੇ ਰਹੀ। ਹਾਂਜੀ, ਸੋ ਮੈਂ ਇਸੇ ਚੀਜ਼ ਨਾਲ ਆਪਾਂ ਬਾਤ ਰਹੇ ਸੀ ਵੀ ਮਾਧੋ ਦਾਸ ਬੈਰਾਗੀ ਇੱਕ ਸੀ, ਉਹਦਾ ਨਾਂ ਸੀ, ਪ੍ਰਚਲਿਤ ਹੋਇਆ ਸੀ, ਪਰ ਉਹ ਬਣ ਚੁੱਕਾ ਇੱਕ ਬੰਦਾ ਸਿੰਘ ਬਹਾਦਰ, ਗੁਰੂ ਦੇ ਕੋਲੋਂ ਲੈ ਚੁੱਕਾ ਕਲਸ ਹੈ। ਇੱਥੇ ਬਾਣੀ ਦੀ ਪੰਕਤੀ ਮੈਨੂੰ ਯਾਦ ਆ ਗਈ ਵੀ ਕੱਚੇ ਗੁਰਤੇ ਮੁਕਤਨ ਹੁੰਦਾ। ਬਿਲਕੁਲ, ਜਿੰਨਾ ਚਿਰ ਕੱਚੇ ਗੁਰੂਆਂ ਦੇ ਕੋਲ ਲੱਗਾ ਰਿਹਾ ਉਹਨਾਂ ਚਿਰ ਉਹਨੂੰ ਮੁਕਤੀ ਨਹੀਂ ਮਿਲੀ, ਸ਼ਾਂਤੀ ਨਹੀਂ ਮਿਲੀ, ਭਟਕਣਾ ਨਹੀਂ ਮੁਕਤੀ। ਪਰ ਜਿੱਦਣ ਆਪਾਂ ਭਜਨ ਪੜ੍ਹਦੇ ਹਾਂ, ਭੁੱਲੇ ਮਾਰਗ ਜਿਹਨੇ ਬਤਾਇਆ, ਐਸਾ ਗੁਰ ਬੜੇ ਭਾਗੀ ਪਾਇਆ। ਵੀ ਜਦੋਂ ਵੱਡਿਆਂ ਭਾਗਾਂ ਦੇ ਨਾਲ, ਕਿਉਂਕਿ ਤੇ ਭਾਗ ਤਾਂ ਪਹਿਲਾਂ ਹੀ ਚੰਗੇ ਸੀ, ਕਿਉਂਕਿ ਚੰਗਾ ਤੇ ਘਰਾਣੇ ਨਾਲ ਸੰਬੰਧ ਰੱਖਣ ਵਾਲਾ ਤੇ ਚੰਗਾ ਅੰਦਰ ਜਿਹੜਾ ਉਹ ਯੋਧਾ ਸੀ, ਜੁਝਾਰੂ ਸੀ, ਅੰਦਰ ਸੋਚ ਚੰਗੀ ਸੀ। ਕਿ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਪੂਰੇ ਗੁਰੂ, ਸਮਰੱਥ ਗੁਰੂ, ਉਦੋਂ ਡੇਰੇ 'ਚ ਜਾਂਦੇ ਆ। ਇੱਥੇ ਵੀ ਅਸੀਂ ਇਤਿਹਾਸ ਦੀ ਘਟਨਾ ਪੜ੍ਹਦੇ ਕਿ ਗੁਰੂ ਪਾਤਸ਼ਾਹ ਡੇਰੇ 'ਤੇ ਪਹੁੰਚਦੇ ਆ, ਅਤੇ ਮਾਧੋ ਦਾਸ ਬੈਰਾਗੀ ਦਾ ਡੇਰਾ ਬੜਾ ਵੱਡਾ, ਕਿ ਚੇਲੇ ਚੜ੍ਹ ਰਹੇ ਆਪਣੇ ਲੱਗੇ ਹੋਏ, ਕੋਈ ਪਿੰਡੇ ਦਾ ਸੁਆਹ ਮਰ ਰਿਹਾ ਹੈ, ਕੋਈ ਕੁਝ ਕਰ ਰਿਹਾ, ਕੁਝ ਕਰ ਰਿਹਾ, ਕਿਉਂਕਿ ਜਿਹੋ ਜਿਹਾ ਗੁਰੂ ਉਹੋ ਜਿਹੇ ਚੇਲੇ ਇਹ ਆਪਾਂ ਪੜ੍ਹਦੇ ਹਾਂ, ਜਿਹੜਾ ਗੁਰੂ ਉਹੋ ਜਿਹੇ ਚੇਲੇ। ਅਤੇ ਕਹਿੰਦੇ ਵੀ ਮਾਧੋ ਦਾਸ ਬੈਰਾਗੀ ਡੇਰੇ 'ਤੇ ਨਹੀਂ ਸੀਗਾ, ਅਤੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਡੇਰੇ 'ਤੇ ਪਹੁੰਚ ਗਏ। ਉਹਦੇ ਜਾਣੀ ਕਿ ਡੇਰੇ 'ਤੇ ਜਾਂਦੇ ਅਤੇ ਸਿੰਘਾਂ ਨੂੰ ਕਹਿੰਦੇ ਵੀ ਸਿੰਘੋ ਵੀ ਆਪਣੇ ਘੋੜੇ ਲਾਓ ਅਤੇ ਜਿਹੜੇ ਬੱਕਰੇ ਉਹਨਾਂ ਨੂੰ ਝਟਕਾਓ। ਇਤਿਹਾਸ ਪੜ੍ਹਦੇ ਸੀ, ਪਰ ਇੱਕ ਬੱਕਰੇ ਝਟਕਾਉਣ ਦਾ ਮਤਲਬ ਇਹ ਨਹੀਂ ਸੀ, ਗੁਰੂ ਸਾਹਿਬ ਨੇ ਇੱਕ ਸਬਕ ਸਿਖਾਉਣਾ ਹੁੰਦਾ, ਇੱਕ ਸਿੱਖਿਆ ਦੇਣੀ ਹੁੰਦੀ ਹੈ। ਅਸੀਂ ਇੱਥੇ ਹੀ ਬੜਾ ਘੁੰਮੜ ਭੁੱਸਾ ਪਾਇਆ ਕੌਮ ਦੇ ਅੰਦਰ, ਵੀ ਗੁਰੂ ਸਾਹਿਬ ਨੇ ਬੱਕਰੇ ਝਟਕਾਏ, ਉੱਥੇ ਕਾਫੀ ਕੋਈ ਵਿਵਾਦ ਵਾਲੇ ਪਾਸੇ ਲਾਏ ਨੇ, ਵਿਵਾਦ ਨਹੀਂ,
ਮੈਂ ਗੁਰੂ ਜੀ ਨੇ ਇੱਕ ਸੇਧ ਦੇਣੀ ਸੀ, ਬਿਲਕੁਲ ਇੱਕ ਗੁਰੂ ਜੀ ਨੇ ਸਿੱਖਿਆ ਦੇਣੀ ਸੀ, ਠੀਕ ਹੈ ਜੀ। ਉਹ ਇੱਕ ਮਕਸਦ ਸੀ ਗੁਰੂ ਸਾਹਿਬ ਜੀ ਦਾ ਬੱਕਰੇ ਜਿਹੜੇ ਟਿਕਾਉਣ ਵਾਸਤੇ ਵੀ ਇਹ ਜਿਹੜਾ ਬੰਦਾ ਵਾ ਇਹਦੇ ਅੰਦਰ ਉਹ ਚਿੰਗ ਉਹ ਚਿੰਗਿਆਰੀ ਜਿਹੜੀ ਉਹ ਜਾਗੇ ਬਿਲਕੁਲ ਪੈਦਾ ਹੋਵੇ। ਬਿਲਕੁਲ ਇੱਕ ਘੋੜਾ ਜਿੰਨੀ ਬੇਜਾਨ, ਠੀਕ ਹੈ ਵੀ ਇਹਦੇ ਅੰਦਰ ਇਹ ਸਾਡੇ ਅੰਦਰ ਚਾਹੀਦਾ ਵੀ ਜੀ ਦਇਆ ਪ੍ਰਮਾਣ ਹੈ ਬਿਲਕੁਲ ਵੀ ਇੱਕ ਹਿਰਨੀ ਦਾ ਸ਼ਿਕਾਰ ਹੋਇਆ ਤੇ ਬੱਚੇ ਮਰਨ ਕਰਕੇ ਅੱਜ ਵਿਰਾਗੀ ਬਣ ਗਿਆ, ਪਰ ਇਸ ਕੌਮ ਇਸ ਪੂਰੇ ਸਮੁੱਚੇ ਵਰਲਡ ਦੇ ਵਿੱਚ ਸਮੁੱਚੀ ਦੁਨੀਆ ਦੇ ਅੰਦਰ ਕਿੰਨਾ ਖੂਨ ਵਹਿ ਰਿਹਾ। ਬਿਲਕੁਲ ਉਹਦੇ ਬਾਰੇ ਪਤਾ ਨਹੀਂ, ਬਿਲਕੁਲ ਉਹਦੇ ਬਾਰੇ ਪਤਾ ਨਹੀਂ, ਅਣਜਾਣ ਆ। ਉਹਦੇ ਬਾਰੇ ਅਣਜਾਣ ਆ ਤੇ ਇੱਕ ਬੇਜਾਨ ਨੂੰ ਵੱਢਣ ਦਿੱਤੇ ਨੂੰ ਬੜਾ ਦੁੱਖ ਲੱਗ ਰਿਹਾ ਜੀ, ਕਿਤੇ ਉਹ ਵੀ ਇਹਦੇ ਅੰਦਰ ਦਰਦ ਪੈਦਾ ਹੋ ਜੇ ਤੇ ਕਿਉਂ ਨਾ ਵੀ ਉਹਦਾ ਬੰਦੇ ਨਿਕਲੇ। ਸੋ ਜਦੋਂ ਗੁਰੂ ਸਾਹਿਬ ਜੀ ਪਹੁੰਚਦੇ ਆ ਤੇ ਕਾਫੀ ਉੱਥੇ ਗੁਰੂ ਸਾਹਿਬ ਜੀ ਦੇ ਸਿੱਖ ਬੈਠਦੇ ਆ ਤੇ ਮਾਂ ਚੀਲੇ ਚਾਟਰੇ ਬੜਾ ਵੜਕਦੇ, ਬੜਾ ਦੁੱਖ ਮਹਿਸੂਸ ਕਰਦੇ ਵੀ ਕੀ ਬਣਿਆ ਸਾਡੇ ਨਾਲ। ਮੈਂ ਇੱਥੇ ਇਹ ਵੀ ਕਹਿਣਾ ਚਾਹਾਂ ਵੀ ਅੱਜ ਵੀ ਉਹੀ ਸਿਸਟਮ ਕਿਤੇ ਵਾਪਰਦਾ ਵੀ ਅੱਜ ਵੀ ਜਿਹੜਾ ਡੇਰਾਵਾਦ ਸਾਡੇ ਇੱਥੇ ਭਾਰੂ ਆ। ਬਿਲਕੁਲ ਅਸੀਂ ਜਦੋਂ ਵੀ ਕਿਸੇ ਬਾਬੇ ਦੇ ਬਾਰੇ ਕੋਈ ਗੱਲ ਕਰਦੇ ਹਾਂ ਤੇ ਬਾਬੇ ਦੇ ਨਾਲੋਂ ਜਿਹੜਾ ਦਾ ਆਲਾ ਦੁਆਲਾ ਵਾ ਉਹ ਸਗੋਂ ਜ਼ਿਆਦਾ ਭੁਗਤਦਾ। ਜ਼ਿਆਦਾ ਦੁੱਖ ਦਾ ਬਿਲਕੁਲ ਇਦਾਂ ਹੀ, ਹਾਂਜੀ ਕਿਉਂਕਿ ਚੇਲਿਆਂ ਨੂੰ ਜ਼ਿਆਦਾ ਦੁੱਖ ਹੁੰਦਾ ਨਾ, ਚੇਲਿਆਂ ਨੂੰ, ਕਿਉਂਕਿ ਉਹਨਾਂ ਨੂੰ ਕਿਤੇ ਨਾ ਕਿਤੇ ਇਹ ਹੁੰਦਾ ਨਾ ਵੀ ਇਹ ਤੋਂ ਬਾਅਦ ਅਸੀਂ ਇਸ ਗੱਦੀ ਦੇ ਵਾਰਸ ਹਾਂ। ਗੱਦੀ ਦੇ ਵਾਰਸ ਨੇ, ਕਹਿੰਦੇ ਵੀ ਚੇਲੇ ਗੁਰੂ ਨੂੰ ਮਰਵਾਉਂਦੇ ਤੇ ਚੇਲੇ ਗੁਰੂ ਨੂੰ ਤਾਰਦੇ ਆ, ਇਹ ਵੀ ਸਾਡੀ ਕਹਾਵਤ ਹੈ। ਖੈਰ ਬੰਦਾ ਸਿੰਘ ਬਹਾਦਰ ਮਾਹੋਦਾਸ ਬੈਰਾਗੀ ਕੋਲ ਉਹਦੇ ਚੇਲੇ ਪਹੁੰਚ ਕੇ ਦੱਸਦੇ ਵੀ ਤੂੰ ਇੱਥੇ ਇਸ਼ਨਾਨ ਕਰਨਾ, ਗੋਦਾਵਰੀ ਦੇ ਵਿੱਚ ਬੈਠਾ ਹੋਇਆ ਆਨੰਦ ਦੇ ਨਾਲ, ਤੇ ਤੇਰੇ ਚੇਲੇ ਜਿਹੜੇ ਤੇਰਾ ਡੇਰਾ ਵਾ ਉੱਥੇ ਤੱਕ ਪੈਗੰਬਰ ਆਣ ਕੇ ਬੈਠਾ। ਬਿਲਕੁਲ ਉਹਨੇ ਕਬਜ਼ਾ ਕਰ ਲਿਆ। ਕਬਜ਼ਾ ਕਰ ਲਿਆ। ਹਾਲਾਂਕਿ ਉਹਨਾਂ ਨੇ ਜਿਹੜੀ ਬੋਲਣ ਸ਼ੈਲੀ ਹੈ ਨਾ, ਇਤਿਹਾਸਕਾਰ ਮੈਂ ਇੱਕ ਪੜ੍ਹ ਰਿਹਾ ਬੜੇ ਪਿਆਰੇ ਲਿਖਿਆ, ਉਹਨੇ ਲਿਖਿਆ ਵਾ ਵੀ ਉਹਨਾਂ ਨੇ ਜਾ ਕੇ ਗੱਲ ਜ਼ਰੂਰ ਲਿਖੀ, ਨਾਲ ਪ੍ਰਚਾਰੀ ਜ਼ਰੂਰ ਹੈ ਵੀ ਆਮ ਪਹਿਲਾਂ ਜਿਹੜੇ ਗੁਰੂ ਉਹਨਾਂ ਵਰਗਾ ਨਹੀਂ। ਬਿਲਕੁਲ ਉਹਦਾ ਚਿਹਰਾ ਮੋਰਾ ਜਲਾਲ ਨਾਲ ਭਰਿਆ ਪਿਆ, ਉਹਦੀ ਅੱਖਾਂ ਦੇ ਅੰਦਰ ਬੜੀ ਲਾਲੀ ਹੈ, ਉਹਦਾ ਜਿਹੜਾ ਜਲਾਲ ਉਹ ਵੇਖ ਕੇ ਤੱਕ ਉਹਦੇ ਨਾਲ ਅੱਖਾਂ ਦੇਖਾਂ ਨਹੀਂ ਪਾਈਆਂ ਜਾਂਦੀਆਂ। ਬਿਲਕੁਲ ਸਹੀ ਹੈ। ਕੋਈ ਲੱਗਦਾ ਰੱਬ ਦਾ ਪੈਗੰਬਰ ਆ, ਕੋਈ ਰੱਬ ਦਾ ਕੋਈ ਭੇਜਿਆ ਪਿਆਰਾ ਵਾ। ਇਹ ਕਰਕੇ ਪਰ ਉਹ ਤੇਰੇ ਪਲੰਘੇ ਤੇ ਬੈਠ ਗਏ, ਜਿਹੜੇ ਪਲੰਘੇ ਤੂੰ ਜਾਣੀ ਕਿ ਇਹ ਵੀ ਇਤਿਹਾਸ ਚ ਆਉਂਦਾ ਵਾ ਕਿ ਪਲੰਘੇ ਤੇ ਬੈਠੇ ਹੋਏ ਆਪਣੀ ਕਰਾਮਾਤਾਂ ਦੇ ਨਾਲ। ਹਾਲਾਂਕਿ ਚਲੋ ਉਹ ਗੱਲ ਲੱਗ ਗਿਆ ਵੀ ਉਹ ਆਪਣੀ ਸ਼ਕਤੀ ਦੇ ਨਾਲ ਉੱਪਰ ਲੱਗਾ ਪੁੱਠੇ ਕਰ ਦਿੰਦਾ, ਨਹੀਂ ਬੇਪਤ ਕਰਦਾ ਸੀ, ਬੇਇੱਜ਼ਤ ਕਰਦਾ ਸੀ। ਉਹਦੇ ਚੇਲਿਆਂ ਉਹਨੇ ਆਪਣੇ ਚੇਲਿਆਂ ਨੂੰ ਇਹ ਵੀ ਪੁੱਛਿਆ ਵੀ ਤੁਸੀਂ ਨਹੀਂ ਯਤਨ ਕੀਤਾ ਉਹਨੂੰ ਰੋਕਣ ਦਾ? ਕਹਿੰਦੇ ਅਸੀਂ ਆਪਣੀਆਂ ਸਾਰੀਆਂ ਤਾਕਤਾਂ ਲਾ ਕੇ ਹੰਬ ਗਏ ਹਾਂ, ਪਰ ਉਹਦੇ ਉੱਤੇ ਕੋਈ ਅਸਰ ਨਹੀਂ ਹੋਇਆ। ਤੇ ਅੱਗੋਂ ਮਾਹੋਦਾਸ ਕਹਿੰਦਾ ਵੀ ਮੈਂ ਇੱਥੇ ਬੈਠਾ ਬਹੁਤ ਕੁਝ ਕਰ ਚੁੱਕਾ। ਬਿਲਕੁਲ ਵੀ ਮੈਂ ਵੀ ਯਤਨ ਬਹੁਤ ਕੀਤੇ ਆ, ਪਰ ਨਹੀਂ ਉਸ ਤੱਕ ਕੋਈ ਪਹੁੰਚਿਆ, ਕੋਈ ਲੱਗਦਾ ਰੱਬ ਦਾ ਨੂਰ ਹੀ ਹੈ। ਉਹਨੂੰ ਜਾ ਕੇ ਮਿਲਦੇ ਕਹਿੰਦੇ ਵੀ ਮਾਹੋਦਾਸ ਉੱਥੇ ਬੈਰਾਗੀ ਪਹੁੰਚਦਾ ਹੈ, ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਦੇ ਕੋਲ ਆਣ ਕੇ ਵੇਖਦਾ, ਸਾਰਾ ਕੁਝ ਵੇਖ ਕੇ ਯਤਨ ਕਰਦਾ ਉਹਦੇ ਨੂੰ ਵੀ ਮੈਂ ਆਪਦੀ ਤਾਕਤ ਵਿਖਾਵਾਂ। ਬੰਦੇ ਨੂੰ ਹੁੰਦਾ ਮਾਣ, ਹੰਕਾਰ ਹੁੰਦਾ ਬੰਦੇ ਨੂੰ ਆਪਣਾ, ਬੰਦਾ ਕੋਈ ਚਾਰ ਗਿਆਨੀ ਕਿਤਾਬਾਂ ਮੇਰੇ ਨੂੰ ਪੜ੍ਹਦੇ ਉਹ ਨਹੀਂ ਮਾਣ ਹੁੰਦਾ, ਉਹ ਤਾਂ ਫੇਰ ਆਪਣੇ ਆਪ ਨੂੰ ਮੈਨੂੰ ਗੁਰੂ ਖਵਾ ਰਿਹਾ। ਖੈਰ ਨਹੀਂ ਗੱਲ ਬਣਦੀ, ਪੇਸ਼ ਨਹੀਂ ਜਾਂਦੀ, ਆਖਰਕਾਰ ਗੁਰੂ ਜੀ ਦੇ ਚਰਨਾਂ ਦੇ ਢਹਿ ਪੈਂਦਾ, ਡਿੱਗ ਜਾਂਦਾ। ਮੈਂ ਕਹਿੰਦਾ ਇਹ ਵੀ ਬੜੀ ਵੱਡੀ ਬਹਾਦਰੀ ਹੈ। ਬਿਲਕੁਲ ਐਡੇ ਵੱਡੇ ਸਟੇਜ ਤੇ ਪਹੁੰਚ ਕੇ ਫੇਰ ਡਿੱਗ ਪੈਣਾ, ਫਿਰ ਡਿੱਗ ਸਾਧੂ ਅੱਗੇ ਨਹੀਂ ਝੁਕਦਾ। ਨਹੀਂ ਝੁਕਦਾ। ਅੱਜ ਵੀ ਤੁਸੀਂ ਵੇਖ ਲਓ ਦੁਨੀਆ ਅੰਦਰ ਇੱਕ ਡੇਰੇਦਾਰ ਦੂਜੇ ਡੇਰੇ ਤੋਂ ਅੱਗੇ ਝੁਕੂਗਾ ਨਹੀਂ, ਝੁਕਦਾ। ਠੀਕ ਆ, ਪਰ ਉਹ ਦੇਖੋ ਵੀ ਕਿੱਦਾਂ ਦਾ ਹੋਏਗਾ ਸ਼ਖਸੀਅਤ ਵੀ ਜਿਹਦੇ ਅੱਗੇ ਬੰਦਾ ਸਿੰਘ ਝੁਕ ਗਿਆ, ਕਿੰਨਾ ਪ੍ਰਭਾਵ ਪਿਆ ਹੋਏਗਾ ਉਹਦੇ ਤੇ। ਬਿਲਕੁਲ ਵੀ ਕਿੱਡਾ ਵੱਡਾ, ਮੈਂ ਕਹਾਂਗਾ ਉਹਦੇ ਕਿ ਸਿਰ ਝੁਕਦਾ ਵਾਕਈ ਕੌਮ ਦੇ ਯੋਧੇ ਅੱਗੇ ਵੀ। ਤਾਂ ਗੁਰੂ ਗੋਬਿੰਦ ਸਿੰਘ ਜੀ ਦੇ ਅੱਗੇ ਬਿਲਕੁਲ ਉਸੇ ਵੇਲੇ ਨਿਢਾਲ ਹੋ ਗਿਆ ਵੀ ਮੈਂ ਇਹ ਨਹੀਂ ਪੇਸ਼ ਜਾਂਦੀ। ਤੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਦੇ ਨਾਲ ਕਿਹਾ ਵੀ ਅੱਖਾਂ 'ਚ ਅੱਖਾਂ ਪਾ, ਇਹਨਾਂ ਦੀ ਡਿੱਗਣ ਦੀ ਲੋੜ ਨਹੀਂ ਹੈ, ਤੂੰ ਇੱਕ ਯੋਧਾ ਹੈ, ਤੂੰ ਜੁਝਾਰੂ ਹੈ, ਤੈਨੂੰ ਘਬਰਾਉਣ ਦੀ ਲੋੜ ਨਹੀਂ, ਤੂੰ ਉੱਠ। ਇੱਥੇ ਨਾ ਅਹਿਮਦ ਸ਼ਾਹ ਇੱਕ ਬਟਾਲਵੀ ਹੋਇਆ, ਉਹਨੇ ਵਾਰਤਾਲਾਪ ਲਿਖੀ ਜਦੋਂ ਆਉਂਦਾ ਵਾ, ਜਦੋਂ ਉਹਦੇ ਚੇਲੇ ਜਾ ਕੇ ਉਹਨੂੰ ਦੱਸਦੇ ਆ ਵੀ ਇੱਦਾਂ ਕੋਈ ਤੇਰੇ ਡੇਰੇ ਦੇ ਉੱਤੇ ਪਲੰਘ ਦੇ ਉੱਤੇ ਆ ਕੇ ਬੈਠ ਗਿਆ। ਜਦੋਂ ਉਹ ਆਉਂਦਾ ਵਾ ਬੜੇ ਜੋਸ਼ 'ਚ ਆਉਂਦਾ, ਪਰ ਜਦੋਂ ਨੂਰ ਵੇਖਦਾ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਤੇ ਉਹਦਾ ਹਿਰਦਾ ਜਿਹੜਾ ਤਪਿਆ ਹੁੰਦਾ ਨਾ ਕ੍ਰੋਧ ਨਾਲ, ਉਹ ਠੰਡਾ ਹੋ ਜਾਂਦਾ। ਤੇ ਇੱਥੇ ਆਪਸੀ ਗੱਲਬਾਤ ਹੁੰਦੀ ਜਿਹੜੀ ਉਹਨੇ ਅਹਿਮਦ ਸ਼ਾਹ ਬਟਾਲਵੀ ਨੇ ਲਿਖੀ। ਉਹ ਮੈਂ ਜ਼ਿਕਰ ਕਰਦਾ ਕਿ ਬੰਦਾ ਸਿੰਘ ਬਹਾਦਰ ਨੂੰ ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਵੀ ਉਹ ਪੁੱਛਦੇ ਤੁਸੀਂ ਕੌਣ ਹੋ? ਹਾਂਜੀ, ਬੰਦਾ ਸਿੰਘ ਬਹਾਦਰ ਮਾਹੋਦਾਸ ਬੈਰਾਗੀ ਤੁਸੀਂ ਕੌਣ ਹੋ? ਹਾਂਜੀ, ਤੇ ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਵੀ ਪਛਾਣ, ਆਪਾਂ ਮਿਲੇ ਹੋਏ ਆ, ਤੂੰ ਜਾਣਦਾ ਮੈਨੂੰ। ਤੇ ਕਹਿੰਦੇ ਕਾਫੀ ਜ਼ੋਰ ਪਾਉਣ ਤੋਂ ਬਾਅਦ, ਸੋਚਣ ਤੋਂ ਬਾਅਦ ਉਹ ਇਹ ਗੱਲ ਲਿਖ ਕਹਿੰਦਾ ਵਾ ਵੀ ਤੁਸੀਂ ਕਿਤੇ ਗੁਰੂ ਗੋਬਿੰਦ ਸਿੰਘ ਤੇ ਕਹਿੰਦਾ ਵੀ ਹਾਂ ਹੈ ਤੇ ਗੁਰੂ ਗੋਬਿੰਦ ਸਿੰਘ ਜੀ ਦੇ ਆਪਾਂ ਪਹਿਲਾਂ ਮਿਲ ਚੁੱਕੇ ਹਾਂ। ਇਤਿਹਾਸ ਲਿਖਿਆ ਹੁੰਦਾ ਵੀ ਰਾਮ ਕਮਲ ਦੇ ਡੇਰੇ ਤੇ ਇੱਕ ਵਾਰੀ ਮੁਲਾਕਾਤ ਹੋ ਚੁੱਕੀ ਹੈ, ਪਰ ਉਹ ਤੋਂ ਗੱਲਬਾਤ ਨਹੀਂ ਹੋਈ, ਜਾਣ ਪਛਾਣ ਵੀ ਨਹੀਂ, ਵੇਖ ਸੁਣ ਚੁੱਕੇ ਸੀ ਉਹ ਗੁਰੂ ਗੋਬਿੰਦ ਸਿੰਘ ਮਹਾਰਾਜ, ਬਾਕੀ ਵੇਖਿਆ ਹੋਇਆ ਸੀ। ਹਾਂਜੀ, ਤੇ ਪਛਾਣ ਲਿਆ ਉਹਨਾਂ ਨੇ ਤੇ ਗੁਰੂ ਗੋਬਿੰਦ ਸਿੰਘ ਨੇ ਹਾਂ ਮੈਂ ਗੁਰੂ ਗੋਬਿੰਦ ਸਿੰਘ ਹਾਂ। ਤੇ ਕਹਿੰਦੇ ਵੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਮਹਾਰਾਜ ਨੇ ਫਿਰ ਉਹਨੂੰ ਥਾਪੜਾ ਦਿੱਤਾ ਸੀ, ਤੂੰ ਬੜਾ ਯੋਧਾ ਜੁਝਾਰੂ ਤੇ ਕਿਹੜੇ ਕੰਮਾਂ 'ਚ ਪਿਆ ਹੈ ਵੀ ਤੂੰ ਦੁਨੀਆ ਨੂੰ ਤਾਕਤ ਆਪਣੀ ਇਸ ਪਾਸੇ ਨਾ ਲਾ ਵੀ ਨਹੀਂ, ਤਾਕਤ ਆਪਣੀ ਤਾਕਤ ਤੇ ਲੋਕਾਂ ਨੂੰ ਆਪਣੇ ਗੁਲਾਮ ਕਰੀ, ਗੁਲਾਮ ਨਹੀਂ ਕਰਨਾ, ਸੋ ਲੋਕਾਂ ਦੀ ਗੁਲਾਮੀ ਤੋੜਨੀ। ਤੂੰ ਤਾਂ ਲੋਕਾਂ ਦੀ ਗੁਲਾਮੀ ਤੋੜਨ ਵਾਸਤੇ ਪੈਦਾ ਹੋਇਆ, ਤੂੰ ਤਾਂ ਲੋਕਾਂ ਨੂੰ ਗੁਲਾਮ ਬਣਾ ਰਿਹਾ ਉਹਦੇ। ਜਦੋਂ ਉਹਨੇ ਗੱਲਬਾਤ ਚੱਲਦੀ ਹੋਈ ਨੇ ਪੁੱਛਿਆ ਵੀ ਤੁਸੀਂ ਗੁਰੂ ਪਾਤਸ਼ਾਹ ਮੇਰੇ ਡੇਰੇ ਨੂੰ ਪਵਿੱਤਰ ਕਰ ਦਿੱਤਾ ਹੈ,
ਵੀ ਇੱਥੇ ਤੁਸੀਂ ਬੱਕਰੇ ਜਿਹੜੇ ਗਾਏ ਨੇ ਦੱਸ ਰਹੇ ਚਿੱਲੀ ਚਾਟ ਦੇ ਸਾਰਾ ਕੁਝ ਹੋਣਾ। ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਕਹਿੰਦੇ ਵੀ ਤੈਨੂੰ ਬੱਕਰਿਆਂ ਦਾ ਬੜਾ ਦੁੱਖ ਹੋਇਆ ਹੈ। ਹਾਂਜੀ ਇੱਕ ਬੇਜਾਨ ਜੀਵਾਂ ਦਾ ਹੱਤਿਆ ਹੋਣ ਤੇ ਤੈਨੂੰ ਦੁੱਖ ਹੋਇਆ ਹੈ। ਤੇਰੇ ਅੰਦਰ ਇੱਕ ਦਰਦ ਹੈ। ਇਹ ਦਰਦ ਤੇਰੇ ਅੰਦਰ ਜਿਹੜਾ ਨਾ ਇੱਕ ਹੀ ਦਰਦ ਤੇਰੇ ਅੰਦਰ ਜਿਹੜਾ ਵਾ ਇੱਕ ਦਿਨ ਚੰਗਿਆੜੀ ਕੌਮ ਦੀ ਇੱਕ ਦਿਨ ਕੌਮ ਨੂੰ ਸਿਹਤ ਚੰਗੀ ਸਿਹਤ ਦੇਵੇਗੀ। ਬਿਲਕੁਲ ਦੂਸਰੀ ਗੱਲ ਵੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਨੇ ਫਿਰ ਮੈਨੂੰ ਸਾਰੀ ਵਾਰਤਾ ਦੱਸੀ ਹੈ, ਇਤਿਹਾਸ ਦੱਸਿਆ ਹੈ ਵੀ ਕਿਵੇਂ ਕਿਵੇਂ ਇੱਥੇ ਜ਼ੁਲਮ ਰਾਜ ਨੇ ਆਪਣਾ ਹਕੂਮਤ ਨੇ ਜਿਹੜਾ ਅੱਡੀ ਚੋਟੀ ਦਾ ਜ਼ੋਰ ਲਾ ਕੇ ਰਾਜ ਕਰਨ ਦੇ ਵਿੱਚ ਬੇਅੰਤ ਲੋਕਾਂ ਨੂੰ ਮਾਰਿਆ ਹੈ। ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਛੋਟੇ ਸਾਹਿਬਜ਼ਾਦੇ ਦਾ ਇਤਿਹਾਸ ਦੱਸਿਆ ਬਿਲਕੁਲ ਕਿ ਕਿਵੇਂ ਸਾਹਿਬਜ਼ਾਦਿਆਂ ਨੂੰ 7 ਤੇ 9 ਸਾਲ ਦੇ ਬੱਚਿਆਂ ਨੂੰ ਪਿਤਾ ਇੱਥੇ ਪਿਤਾ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਪਹਿਲਾਂ ਸ਼ਹੀਦ ਕੀਤਾ ਗਿਆ ਹੈ। ਫਿਰ ਗੁਰੂ ਗੋਬਿੰਦ ਸਿੰਘ ਭਾਈ ਕਹਿੰਦੇ ਛੋਟੇ ਸਾਹਿਬਜ਼ਾਦਿਆਂ ਨੂੰ ਇੱਥੇ ਜਿਹੜਾ ਸ਼ਹੀਦ ਕੀਤਾ ਗਿਆ 7 ਤੇ 9 ਸਾਲ ਦੇ ਬੱਚੇ ਉਹਨਾਂ ਨੂੰ ਖੋ ਕੇ ਮਾਰਿਆ ਗਿਆ। ਮਾਤਾ ਗੁਜਰ ਕੌਰ 80 ਸਾਲ ਦੇ ਬਜ਼ੁਰਗ ਉਹਨਾਂ ਨੂੰ ਮਾਰਿਆ ਗਿਆ ਹੈ। ਪਤਾ ਨਹੀਂ ਹੋਰ ਕਿੰਨੇ ਕੁ ਬੇਅੰਤ ਬੱਚਿਆਂ ਨੂੰ ਕੌਮ ਦੇ ਝਾੜੂ ਇਹਦੇ ਸ਼ਹੀਦ ਕੀਤਾ ਗਿਆ। ਬੰਦਾ ਸਿੰਘ ਬਹਾਦਰ ਤੇਰਾ ਇਕੱਲਾ ਥਾਂ ਡੇਰਾ ਨਹੀਂ ਪਵਿੱਤਰ ਹੋਇਆ। ਜੇ ਤੂੰ ਆਪਣੀ ਸੋਚ ਨਾਲ ਵੇਖੇ ਤਾਂ ਸਾਰਾ ਥਾਂ ਹੀ ਪਵਿੱਤਰ ਗਿਆ। ਸਾਰਾ ਇਸ ਸਮੇਂ ਸੰਸਾਰ ਜਿਹੜਾ ਪਵਿੱਤਰ ਹੈ, ਪਾਪ ਦੇ ਵਿੱਚ ਫਸਿਆ ਪਿਆ। ਫਸਿਆ ਹੈ। ਠੀਕ ਹੈ। ਹੁਣ ਇਸ ਤੋਂ ਬਾਅਦ ਕੀ ਹੁੰਦਾ ਵਾ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਖੰਡੇ ਪਾਟੇ ਦੀ ਪੌਲ ਦਿੰਦੇ ਆ। ਖੰਡੇ ਪਾਟੇ ਦੀ ਪੌਲ ਦੇ ਕੇ ਕੁਝ ਉਪਦੇਸ਼ ਦਿੰਦੇ ਆ। ਹੁਣ ਉਹਨਾਂ ਉਪਦੇਸ਼ਾਂ ਨੂੰ ਜਿਹੜਾ ਵਾ ਸਾਡੇ ਇਤਿਹਾਸਕਾਰਾਂ ਨੇ ਸਾਡੇ ਆਮ ਲੋਕਾਂ ਨੇ ਕੁਝ ਗਲਤ ਤਰੀਕੇ ਨਾਲ ਪੇਸ਼ ਕੀਤਾ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਉਹਨਾਂ ਨੂੰ 11ਵਾਂ ਗੁਰੂ ਥਾਪਤਾ। ਇਹ ਵੀ ਸਾਨੂੰ ਉਹਨਾਂ ਬਾਰੇ ਸੁਣਨ ਵਾਸਤੇ ਮਿਲਦਾ। ਇੱਥੋਂ ਤੱਕ ਵੀ ਕਿਹਾ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕਿਹਾ ਵੀ ਤੁਸੀਂ ਵਿਆਹ ਨਹੀਂ ਕਰਾਉਣਾ। ਇਹ ਇੱਦਾਂ ਦੀਆਂ ਗੱਲਾਂ ਵੀ ਉਹਨਾਂ ਦੇ ਬਾਬਤ ਲਿਖੀਆਂ ਗਈਆਂ। ਜਦ ਕਿ ਇਹੋ ਜਿਹੀ ਕੋਈ ਵੀ ਗੱਲ ਜਿਹੜੀ ਆ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਨਹੀਂ। ਉਹਨਾਂ ਨੇ ਇਤਿਹਾਸ ਉਹਨਾਂ ਨੂੰ ਦੱਸਿਆ ਸਾਹਿਬਜ਼ਾਦੇ ਦਾ, ਪਿਤਾ ਗੁਰੂ ਤੇਗ ਬਹਾਦਰ ਸਾਹਿਬ ਦਾ, ਅਤੇ ਜਿੱਦਾਂ ਜਿੱਦਾਂ ਔਰੰਗਜ਼ੇਬ ਨੇ ਜਾਂ ਉਸ ਤੋਂ ਪਹਿਲਾਂ ਦੇ ਬਾਦਸ਼ਾਹ ਨੇ ਜ਼ੁਲਮ ਕੀਤਾ ਲੋਕਾਂ ਉੱਤੇ ਉਹ ਜ਼ੁਲਮ ਦੀ ਦਾਸਤਾਨ ਦੱਸੀ। ਉਸ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ 5 ਸਿੱਖ ਦਿੱਤੇ ਆ, 5 ਤੀਰ ਦਿੱਤੇ ਆ। ਠੀਕ ਆ। ਉਪਦੇਸ਼ ਦੇ ਕੇ ਅਤੇ ਉਹਨਾਂ ਦੇ ਪੰਜਾਬ ਦੇ ਜਿਹੜੇ ਸਿੱਖ ਸੰਗਤ ਸੀ ਜਿਹੜੀ ਗੁਰੂ ਸਾਹਿਬਾਨ ਦਾ ਇੰਤਜ਼ਾਰ ਕਰ ਰਹੀ ਸੀ ਵੀ ਗੁਰੂ ਸਾਹਿਬ ਕਿਤੇ ਵਾਪਸ ਆਉਣਗੇ, ਕਿਉਂਕਿ ਸਾਨੂੰ ਕੁਝ ਇਸ ਤਰ੍ਹਾਂ ਦੇ ਹੁਕਮਨਾਮੇ ਵੀ ਮਿਲਦੇ ਆ ਜਿਨ੍ਹਾਂ ਦੇ ਵਿੱਚ ਗੁਰੂ ਸਾਹਿਬ ਨੇ ਜ਼ਿਕਰ ਕੀਤਾ ਵੀ ਅਸੀਂ ਵਾਪਸ ਆਵਾਂਗੇ। ਠੀਕ ਆ। ਹੁਣ ਉਸ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਥਾਪੜਾ ਦੇ ਕੇ ਪੰਜਾਬ ਵਾਲੇ ਪਾਸੇ ਤੋੜ ਦਿੰਦੇ ਅਤੇ ਆਪ ਉਹ ਨੰਦੇੜ ਦੀ ਧਰਤੀ ਉੱਤੇ ਹੀ ਉੱਥੇ ਰਹਿੰਦੇ ਨੇ। ਹੁਣ ਉੱਥੇ ਅਚਾਨਕ ਘਟਨਾ ਕੀ ਵਾਪਰਦੀ ਵੀ ਬੰਦਾ ਸਿੰਘ ਉੱਥੋਂ ਚੱਲ ਪੈਂਦਾ ਅਤੇ ਰਸਤੇ ਦੇ ਵਿੱਚ ਕੀ ਹੁੰਦਾ ਵਾ ਵੀ ਉੱਧਰੋਂ ਦੂਜੇ ਪਾਸੇ ਗੁਰੂ ਗੋਬਿੰਦ ਸਿੰਘ ਮਹਾਰਾਜ ਜਿਹੜੇ ਆ 2 ਪਠਾਨ ਜਿਹੜੇ ਆ ਇੱਥੇ ਵੀ ਇਤਿਹਾਸਕਾਰ ਲਿਖਦੇ ਵੀ ਉਹ ਪਠਾਨ ਜਿਹੜੇ ਸੀ ਨਾ ਉਹ ਕਿਤੇ ਜਾਣ ਪਹਿਚਾਣ ਵਾਲੇ ਸੀ, ਕਿਉਂਕਿ ਉਹਨਾਂ ਨੇ ਇੱਕੇ ਦਿਨ 'ਚ ਉਹ ਸਾਰੀ ਘਟਨਾ ਨਹੀਂ ਕੀਤੀ। ਉਹ ਕਾਫੀ ਦਿਨ ਪਹਿਲਾਂ ਭਾਪਦੇ ਰਹੇ, ਮੌਕਾ ਦੇਖਦੇ ਰਹੇ ਵੀ ਕਦੋਂ ਮੌਕਾ ਬਣੇ, ਕਦੋਂ ਅਸੀਂ ਗੁਰੂ ਗੋਬਿੰਦ ਸਿੰਘ ਮਹਾਰਾਜ 'ਤੇ ਹਮਲਾ ਕਰੀਏ। ਜਦੋਂ ਮੌਕਾ ਬਣ ਗਿਆ ਉਹਨਾਂ ਨੇ ਹਮਲਾ ਕਰਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਜ਼ਖਮ ਦਿੱਤਾ ਖੰਜਰ ਦੇ ਨਾਲ। ਇਹ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਜੋਤੀ ਜੋਤ ਸਮਾਉਣਾ ਇਹ ਰਸਤੇ ਵਿੱਚ ਖਬਰ ਮਿਲਦੀ ਆ ਬੰਦਾ ਸਿੰਘ ਅਤੇ ਉਹ ਜਿਹੜੀ ਚੰਗਿਆੜੀ ਉਹਨਾਂ ਦੇ ਅੰਦਰ ਪਹਿਲਾਂ ਬਲ ਰਹੀ ਹੁੰਦੀ ਆ ਉਹ ਸਗੋਂ ਹੋਰ ਵਧੀਆ ਤਰੀਕੇ ਨਾਲ ਜਿਹੜਾ ਉਹਨੂੰ ਡੀਲ ਕਰਦੇ, ਵਧੀਆ ਤਰੀਕੇ ਨਾਲ ਉਹਨਾਂ ਅੰਦਰ ਬੜਾ ਪਿਆਰ ਪੈਦਾ ਹੁੰਦਾ ਹੈ। ਬਿਲਕੁਲ ਉਹ ਵਿਰਾਗ 'ਚ ਨਹੀਂ ਜਾਂਦੇ, ਸਗੋਂ ਹੋਰ ਜੋਸ਼ ਦੇ ਨਾਲ ਭਰ ਜਾਂਦੇ। ਸਿੱਖਾਂ ਨੂੰ ਹੁਕਮ ਕਰਦੇ ਕਿ ਆਪਾਂ ਜਿੱਥੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਬੱਚਿਆਂ ਦਾ ਬਦਲਾ ਲੈਣਾ ਹੈ, ਭਾਵ ਕਿ ਉਹਨਾਂ ਜ਼ਿਆਦਾ ਲੋਕਾਂ ਨੂੰ ਸਜ਼ਾਵਾਂ ਦੇਣੀਆਂ, ਉੱਥੇ ਆਪਾਂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਨੇ ਆਪਣਾ ਹੁਕਮ ਲਾਇਆ ਜਿਹੜਾ ਕਿ ਪੰਥ ਨੂੰ ਇਕੱਠਾ ਕਰਨਾ, ਆਪਾਂ ਉਹਦੇ ਨਾਲ ਚੱਲਣਾ। ਪਰ ਇੱਕ ਨੇਡਾ ਢਾਈਦੀ ਕਲਾ 'ਚ ਨਹੀਂ ਆਏ, ਸਗੋਂ ਚੜ੍ਹਦੀ ਕਲਾ ਦੇ ਖਿਆਲ ਬਣਦੇ। ਬਾਬਾ ਬਨੋਦ ਸਿੰਘ ਜੀ, ਭਾਈ ਦਇਆ ਸਿੰਘ ਜੀ ਅਤੇ ਭਾਈ ਜਿਹੜੇ ਬਾਬਾ ਕਾਹਨ ਸਿੰਘ, ਇੱਕ ਰਣ ਸਿੰਘ ਜੀ, 5 ਸਿੰਘ ਦੇ ਕੇ ਇੱਕ ਨਿਸ਼ਾਨ ਸਾਹਿਬ ਦਿੱਤਾ ਬੰਦਾ ਸਿੰਘ ਮਹਾਰਾਜ ਨੂੰ। ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਕਿ ਇਸ ਨਿਸ਼ਾਨ ਹੈ, ਇਹਦੇ ਥੱਲੇ ਰਹਿਣਾ। ਦੇਖੋ 2 ਹੁਕਮ ਮੈਂ ਇੱਥੇ ਤੁਹਾਡੇ ਨਾਲ ਮੈਂ ਜ਼ਿਕਰ ਕਰ ਦੇਣਾ 1 ਮਿੰਟ ਦੇ ਵਿੱਚ, ਸਮਾਂ ਆਪਣੇ ਕੋਲ ਸੀਮਤ ਹੈ। ਕਿ ਜਿੱਥੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ 5 ਪਿਆਰੇ ਦਿੱਤੇ ਇਹਨਾਂ ਨੂੰ, 5 ਸਿੰਘ ਦੇ ਕੇ ਅਤੇ 5 ਤੀਰ ਦਿੱਤੇ, ਨਾਲ ਨਿਸ਼ਾਨ ਦਿੱਤਾ ਹੈ। ਉੱਥੇ ਗੁਰੂ ਗੋਬਿੰਦ ਸਿੰਘ ਨੇ ਹੁਕਮ ਇਹ ਗੱਲਬਾਤ ਕੀਤਾ ਵੀ ਤੂੰ ਜਦੋਂ ਵੀ ਕਿਤੇ ਦੁਬਿਧਾ ਪਵੇ ਅਤੇ ਤੂੰ 5 ਸਿੰਘਾਂ ਨੂੰ ਜਿਹੜਾ ਉਹ ਗੁਰੂ ਧਾਰਨ ਕਰਕੇ 5 ਸਿੰਘਾਂ ਨੂੰ ਪਾਓ। ਗੁਰੂ 5 ਸਿੰਘ, ਗੁਰੂ ਨੇ ਕਿਹਾ ਵੀ ਮੇਰਾ ਖਾਲਸਾ ਰੂਪ ਹੈ, ਇਹਨਾਂ ਤੋਂ ਅਗਵਾਈ ਲੈ ਲੈਣੀ, ਇਹਨਾਂ 5 ਦੀ ਅਗਵਾਈ ਚੱਲਣਾ। ਦੇਖੋ ਕਿੱਡੀ ਕਮਾਲ ਦੀ ਗੱਲ ਹੈ। ਬੰਦਾ ਸਿੰਘ ਬਹਾਦਰ ਨੂੰ ਗੁਰੂ ਜੀ ਆਪ ਥਾਪੜਾ ਦਿੰਦੇ, ਆਪ ਮੁਖੀ ਥਾਪਦੇ, ਨਾਲ ਫਿਰ 5 ਸਿੰਘ ਦੇ ਕਹਿੰਦੇ ਵੀ ਨਿਗਰਾਨੀ 'ਚ ਚੱਲਣਾ। ਅਤੇ ਅੱਜ ਸਾਡੀ ਕੌਮ ਜਿਹੜੀ ਉਹ ਫਿਰ ਕਿਸੇ ਪਾਸੇ ਨੂੰ ਜਾ ਰਹੀ ਹੈ। ਨਿਸ਼ਾਨ ਸਾਹਿਬ ਜਿਹੜਾ ਵਾ ਉਹਨਾਂ ਨੇ ਕਿਹਾ ਵੀ ਨਿਸ਼ਾਨ ਜਿਹੜਾ ਵਾ ਹਮੇਸ਼ਾ ਚੜ੍ਹਦੀ ਕਲਾ 'ਚ ਧਮਾਉਣਾ ਚਾਹੀਦਾ। ਅਤੇ ਅੱਜ ਅਸੀਂ ਜਿਹੜਾ ਵਾ ਨਿਸ਼ਾਨ ਜਿਹੜਾ ਵਾ ਉਹਨੂੰ ਕਿਤੇ ਨਾ ਕਿਤੇ ਅਸੀਂ ਝੁਕਾਉਣ ਦਾ ਯਤਨ ਕਰ ਰਹੇ ਹਾਂ। 5 ਪਿਆਰਿਆਂ ਦੀ ਅਗਵਾਈ ਦੇ ਵਿੱਚ ਜਿਹੜਾ ਫੈਸਲਾ ਲੈਣ ਵਾਲੀ ਪਰੰਪਰਾ ਸੀ ਉਹ ਵੀ ਖਤਮ ਕਰ, ਉਹ ਵੀ ਹੌਲੀ ਹੌਲੀ ਅਸੀਂ ਖਤਮ ਕਰ ਦਿੱਤੀ। ਉਹ ਵੀ ਅਸੀਂ ਇੱਕ ਬੰਦੇ ਦੇ ਉੱਤੇ ਡਿਪੈਂਡ ਹੋ ਕੇ ਰਹਿ ਗਏ ਵੀ ਇੱਕ ਬੰਦਾ ਸਮੁੱਚੀ ਕੌਮ ਨੂੰ ਫੈਸਲਾ ਦੇਵੇ। ਜਦ ਕਿ 5 ਪਿਆਰੇ ਜਿਹੜੇ ਸੀ
ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕਿਹਾ ਸੀ ਵੀ ਜਦੋਂ ਵੀ ਕਿਤੇ ਕੌਮ ਨੇ ਕੋਈ ਫੈਸਲਾ ਕਰਨਾ ਤੇ 5 ਪਿਆਰਿਆਂ ਨੂੰ ਇੱਕ ਜਗ੍ਹਾ ਇਕੱਠੀ ਕਰਕੇ ਤੇ ਉਹ 5 ਪਿਆਰਿਆਂ ਦੀ ਗੱਲ ਨੂੰ ਮੰਨਣਾ। ਪਰ ਅਸੀਂ 5 ਦੀ ਪਰੰਪਰਾ ਨੂੰ ਖਤਮ ਕਰਕੇ ਅਸੀਂ ਸਿਰਫ ਇੱਕ ਪਰੰਪਰਾ ਤੱਕ ਸੀਮਿਤ ਰਹਿ ਗਏ, ਜਿਹੜਾ ਉਹ ਸੀਮਿਤ ਹੁੰਦੇ ਜਾ ਰਹੇ ਆ। ਹੌਲੀ ਹੌਲੀ ਹੁਣ ਕੀ ਹੁੰਦਾ ਗਿਆ, ਇਸੇ ਕਰਕੇ ਇਤਿਹਾਸਕਾਰਾਂ ਨੇ ਜਿਹੜਾ ਬੰਦਾ ਸਿੰਘ ਬਹਾਦਰ ਆ, ਜਿਸ ਤਰ੍ਹਾਂ ਉਹਨੇ ਕਾਰਨਾਮੇ ਕੀਤੇ, ਉਹਨੇ ਕੋਈ ਬਦਲਾ ਨਹੀਂ ਲਿਆ। ਨਾ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਇਹ ਕਿਹਾ ਵੀ ਤੁਸੀਂ ਮੇਰੇ ਪੁੱਤਾਂ ਦਾ ਬਦਲਾ ਲੈਣਾ, ਬਿਲਕੁਲ ਠੀਕ ਹੈ। ਉਹਨਾਂ ਨੇ ਸਿਰਫ ਜਿਹੜੇ ਪਾਪੀ ਲੋਕ ਸਨ, ਮਨੁੱਖਤਾ ਨੂੰ ਉਹਨਾਂ ਦਾ ਹੱਕ ਦਿਵਾਇਆ, ਜਿਹੜੇ ਜਿਨ੍ਹਾਂ ਕਿਸਾਨਾਂ ਦੀਆਂ ਜ਼ਮੀਨਾਂ ਨੱਪੀਆਂ ਹੋਈਆਂ ਸੀ, ਬਿਲਕੁਲ ਮਾਲਕ ਕੋਈ ਹੋਰ ਸੀ, ਬੋਂਦਾ ਕੋਈ ਹੋਰ ਸੀ। ਅਸਲ ਦੇ ਵਿੱਚ ਉਹਨਾਂ ਨੇ ਮਾਲਕ ਬਣਾਇਆ ਕਿਸਾਨਾਂ ਨੂੰ, ਉਹਨਾਂ ਨੇ ਉਹਨਾਂ ਦਾ ਹੱਕ ਦਿੱਤਾ। ਜਿਹੜੇ ਪੰਚ ਸਰਪੰਚ ਧੱਕਾ ਕਰਦੇ ਸੀ ਆਮ ਜਨਤਾ ਨਾਲ, ਉਹਨਾਂ ਤੋਂ ਰਾਹਤ ਦਵਾਈ ਜਨਤਾ ਨੂੰ। ਅਸਲ ਵਿੱਚ ਬੰਦਾ ਸਿੰਘ ਜਿਹੜੇ ਸੀ ਉਹ ਜਨਤਾ ਦੇ ਪੂਰੇ ਹਮਦਰਦ ਬਣ ਕੇ ਨਿਕਲੇ ਤੇ ਲੋਕ ਫੀਲ ਕਰਨ ਲੱਗ ਪਏ। ਜਿਹੜੇ ਪਿੰਡ ਵਿੱਚ ਵੀ ਬੰਦਾ ਸਿੰਘ ਜਾਂਦਾ ਉੱਥੇ ਨਿਸ਼ਾਨ ਸਾਹਿਬ ਗਾਰਡ ਹੁੰਦਾ। ਇੱਥੋਂ ਇਹ ਸਿੱਧ ਹੁੰਦਾ ਵੀ ਇਹ ਜਿਹੜਾ ਇਲਾਕਾ ਵਾ ਇਹ ਖਾਲਸੇ ਦੀ ਨਿਗਰਾਨੀ ਵਿੱਚ ਦੇ ਤੇ ਦੁਸ਼ਮਣ ਛੇਤੀ ਕੀਤਿਆਂ ਉਸ ਇਲਾਕੇ ਦੇ ਉੱਤੇ ਹਮਲਾ ਨਹੀਂ ਸੀ ਕਰਦਾ, ਨਾ ਉਹਨਾਂ ਲੋਕਾਂ ਨੂੰ ਤੰਗ ਪਰੇਸ਼ਾਨ ਕਰਦਾ ਸੀ। ਤੇ ਜਦੋਂ ਇੱਦਾਂ ਬੰਦਾ ਸਿੰਘ ਇੱਕ ਲਹਿਰ ਬਣ ਕੇ ਨਿਕਲਿਆ ਤੇ ਧੜਾ ਧੜ ਜਿਹੜੇ ਲੋਕ ਸੀ ਉਹਦਾ ਸਾਥ ਦੇਣ ਵਾਸਤੇ ਤਿਆਰ ਹੋ ਗਏ ਤੇ ਇੱਕ ਲਹਿਰ ਬਣ ਗਈ। ਉਸ ਲਹਿਰ ਨੇ ਫਿਰ ਸਰਹੰਦ ਫਤਿਹ ਕੀਤਾ, ਸਮਾਣਾ ਫਤਿਹ ਕੀਤਾ, ਫਿਰ ਆਪਣੀ ਰਾਜਧਾਨੀ ਬਣਾਈ। ਰਾਜਧਾਨੀ ਬਣਾ ਕੇ ਇੱਕ ਸਿੱਕਾ ਚਲਾਇਆ। ਸਿੱਕਾ ਵੀ ਦੇਖੋ ਗੁਰੂ ਨਾਨਕ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ। ਬਿਲਕੁਲ ਦੇਖੋ ਸਿੱਖ ਰਾਜ ਦਾ ਅਸੀਂ ਪਹਿਲਾਂ ਬਾਨੀ ਕਹਿੰਦੇ ਹਾਂ, ਪਰ ਨਿਮਰਤਾ ਵੇਖੋ, ਉਹਨੇ ਕਿਹਾ ਵੀ ਇਹ ਗੁਰੂ ਨਾਨਕ ਤੇ ਗੁਰੂ ਗੋਬਿੰਦ ਸਿੰਘ ਦੀ ਕਿਰਪਾ, ਮੇਰੇ ਪੱਲੇ ਕੁਝ ਨਹੀਂ ਆ, ਇਹਦੇ ਉਹਦੀ ਤਾਕਤ ਤੇ ਬਖਸ਼ਿਸ਼ ਆ। ਹੁਣ ਇਸ ਤਰੀਕੇ ਨਾਲ ਇੱਕ ਲਹਿਰ ਦੇ ਰੂਪ ਦੇ ਵਿੱਚ ਚੱਲਦਾ, ਅਖੀਰ ਉਹ ਜਦੋਂ ਗੁਰਦਾਸ ਨਗਰ ਦੀ ਗੜੀ ਵਿੱਚ ਪਹੁੰਚਦਾ, ਉਹਦੇ ਬਾਬਤ ਆਪਾਂ ਕੱਲ੍ਹ ਇਸੇ ਤਰ੍ਹਾਂ ਲਾਈਵ ਹੋ ਕੇ ਇਸੇ ਟੌਪਿਕ ਦੇ ਉੱਤੇ, ਕਿਉਂਕਿ ਕੱਲ੍ਹ ਉਹਨਾਂ ਦਾ ਸ਼ਹੀਦੀ ਦਿਵਸ ਵੀ ਹੈ, ਅਸੀਂ ਉਹਦੇ ਬਾਬਤ ਵੀ ਗੱਲ ਕਰਨ ਦਾ ਯਤਨ ਕਰਾਂਗੇ। ਪਰ ਅਸੀਂ ਨਾਲ ਨਾਲ ਇਹਨਾਂ ਗੱਲਾਂ ਨੂੰ ਵੀ ਵਾਚਣਾ ਵਾ ਵੀ ਜਿਹੜੀਆਂ ਗੱਲਾਂ ਉਹਨਾਂ ਦੇ ਬਾਰੇ ਗਲਤ ਪ੍ਰਚਾਰੀਆਂ ਗਈਆਂ, ਅਸੀਂ ਉਹਨਾਂ ਦੇ ਬਾਬਤ ਵੀ ਥੋੜ੍ਹਾ ਜਿਹਾ ਚਾਨਣਾ ਪਾ ਕੇ ਆਪਾਂ ਸਮਾਪਤੀ ਵਾਲੇ ਪਾਸੇ ਆਈਏ। ਇੱਕੋ ਮਿੰਟ ਮੈਂ ਤੁਹਾਡੇ ਨਾਲ ਗੱਲ ਕਰਾਂਗੇ। ਜਿਵੇਂ ਤੁਸੀਂ ਜ਼ਿਕਰ ਕੀਤਾ ਸੀ ਵੀ ਬੰਦਾ ਸਿੰਘ ਬਹਾਦਰ ਦੇ ਬਾਰੇ ਗਲਤ ਵਿਚਾਰ, ਜਿਵੇਂ ਕਿ ਉਹਨਾਂ ਨੇ ਗੁਰੂ ਗੋਬਿੰਦ ਸਿੰਘ ਦਾ ਤੁਸੀਂ ਵਿਆਹ ਨਹੀਂ ਕਰਾਉਣਾ, ਇਹ ਗੱਲ ਆਪਣੇ ਵੀ ਕੰਡਮ ਹੋ ਜਾਂਦੀ ਹੈ। ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦਾ 10 ਗੁਰੂ ਸਾਹਿਬਾਨ ਆਪ ਬੇਇੱਜ਼ਤੀ ਨੇ, ਠੀਕ ਹੈ, 2 ਗੁਰੂ ਛੱਡ ਕੇ ਬਾਕੀ ਸਾਰੇ ਗੁਰੂ ਸਾਹਿਬ ਬੇਇੱਜ਼ਤੀ ਨੇ। ਜਿਹੜੇ ਭਗਤ ਸਾਹਿਬਾਨਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਵਿੱਚ ਉਹ ਸਾਰੇ ਗ੍ਰਿਸ਼ਤੀ ਨੇ, ਭਗਤ ਸਾਹਿਬਾਨਾਂ ਦੀ ਬਾਣੀ ਉਹ ਗ੍ਰਿਸ਼ਤੀ ਨੇ। ਫਿਰ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਨੇ ਖੁਦ ਕਿਹਾ ਵਾ ਵੀ ਜਿਹੜਾ ਗ੍ਰਸਤ ਧਰਮ ਆ ਉਹ ਪ੍ਰਵਾਨ। ਫਿਰ ਗੁਰੂ ਗੋਬਿੰਦ ਸਿੰਘ ਜੀ ਕਿਵੇਂ ਉੱਠ ਜਾ ਸਕਦੇ? ਨਾਲੇ ਪਰ ਕਹਿੰਦੇ 10 ਪਾਤਸ਼ਾਹ ਦੀ ਜੋਤ ਇੱਕੋ ਹੀ ਹੈ, ਗੁਰੂ ਗੋਬਿੰਦ ਸਿੰਘ ਤੇ ਗੁਰੂ ਨਾਨਕ 'ਚ ਫਰਕ ਕੋਈ ਨਹੀਂ ਹੈ। ਇਹ ਗੱਲਾਂ ਕਿਤੇ ਨਾ ਕਿਤੇ ਸਾਨੂੰ ਵੈਰਾਗੀ ਵਾਲੇ ਪਾਸੇ ਪ੍ਰੇਰਿਤ ਕਰਨ ਵਾਸਤੇ ਪੁਰਾਣੀਆਂ ਗਈਆਂ ਕਿ ਵੈਰਾਗੀ ਸੰਤ ਜੀ ਤਾਂ ਵਿਆਹ ਕਰਾ ਕੇ ਇਤਨਾ ਹੋ ਗਿਆ, ਪਰ ਕੋਈ ਇਹੋ ਜਿਹੀ ਗੱਲ ਨਹੀਂ ਹੈ। ਕਿਤੇ ਕਿਤੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜਿਹੜਾ ਇਤਿਹਾਸ ਹੈ ਉਹ ਸਾਡੇ ਲਿਖਾਰੀਆਂ ਨੇ ਆਪਣੀ ਮੱਤ ਨਾਲ ਲਿਖਿਆ। ਸਾਨੂੰ ਇਤਿਹਾਸ ਪੜ੍ਹਨਾ ਚਾਹੀਦਾ, ਲਿਖਾਰੀ ਪੜ੍ਹਨੇ ਚਾਹੀਦੇ, ਪਰ ਆਪਣੀ ਸੁਰਤ ਜਿਹੜੀ ਉੱਚੀ ਚੁੱਕ ਕੇ ਵੇਖਣਾ ਚਾਹੀਦਾ ਵੀ ਨਹੀਂ ਗੱਲ ਗੁਰਬਾਣੀ ਦੀ ਕਸਵੱਟੀ ਤੇ ਉਤਰਦੀ ਹੈ, ਉਹ ਸਾਨੂੰ ਪ੍ਰਵਾਨ ਕਰ ਲੈਣੀ। ਅਸੀਂ ਸਾਰਾ ਇਤਿਹਾਸ ਕੰਡਮ ਨਹੀਂ ਕਰਦੇ, ਅਸੀਂ ਇਤਿਹਾਸ ਦੇ ਲਿਖਣ ਵਾਲਾ ਦੋਖੀ ਨਹੀਂ ਹੈਗੇ, ਕੋਈ ਆਪਣੀ ਮਾਤਰਾ ਜਿੰਨੀ ਮੱਤ ਤੇ ਲਿਖਦਾ, ਪਰ ਸਾਨੂੰ ਕਮ ਸੇ ਕਮ ਇੰਨੀ ਬੁੱਧੀ ਹੋਣੀ ਚਾਹੀਦੀ ਅਸੀਂ ਗੁਰਬਾਣੀ ਤੋਂ ਸੇਧ ਲੈ ਲਈਏ, ਗੁਰਬਾਣੀ ਤੋਂ ਸਿੱਖ ਲਈਏ। ਕਿਉਂਕਿ ਗੁਰਬਾਣੀ ਜਿਹੜੀ ਜਿਹਦੀ ਹਾਮੀ ਭਰਦੀ ਉਹ ਕੰਡਮ ਨਹੀਂ ਕਰ ਸਕਦੀ। ਗੁਰਬਾਣੀ ਆਪ ਕਹਿੰਦੀ ਗ੍ਰਿਸ਼ਤ ਰੱਬ ਸਾਡਾ ਵਿਆਹਿਆ ਹੋਇਆ, ਸਾਡਾ ਪਰਮਾਤਮਾ, ਅਸੀਂ ਸਾਰੇ ਜੀਵ ਇਸਤਰੀਆਂ। ਸੋ ਇਹ ਗੱਲਾਂ ਗਲਤ ਪ੍ਰਚਾਰੀਆਂ ਗਈਆਂ। ਮਾਧੋ ਦਾਸ ਬੈਰਾਗੀ ਉਹਨਾਂ ਚਿਰ ਸੀ ਜਿੰਨਾ ਚਿਰ ਉਹ ਕੱਚੇ ਗੁਰੂਆਂ ਕੋਲ ਸੀ। ਗੁਰੂ ਗੋਬਿੰਦ ਸਿੰਘ ਬਣ ਕੇ ਬੰਦਾ ਸਿੰਘ ਬਹਾਦਰ, ਗੁਰਬਖਸ਼ ਸਿੰਘ ਨਾਮ ਦਾ ਇਤਿਹਾਸ ਚੱਲਦਾ। ਗੁਰਬਖਸ਼ ਸਿੰਘ ਸੀ, ਬੰਦਾ ਸਿੰਘ ਬਹਾਦਰ ਖਲਸ ਸੀ ਉਹਦਾ, ਇੱਕ ਤੋਂ ਬਹਾਦਰ ਹੈ। ਸੋ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਦੇ ਕੋਲ ਆਣ ਕੇ ਕਿਵੇਂ ਦਾ ਜੀਵਨ ਬਦਲਦਾ ਹੈ, ਅੱਗੇ ਕਿਵੇਂ ਸ਼ਹਾਦਤ ਹੁੰਦੀ ਹੈ, ਇਸ ਬਾਬਤ ਕੱਲ੍ਹ ਨੂੰ ਆਪਾਂ ਤੁਹਾਡੇ ਨਾਲ ਇਸੇ ਤਰ੍ਹਾਂ ਬੈਠ ਕੇ ਵਿਚਾਰ ਚਰਚਾ ਅਸੀਂ ਦੇਖੋ ਬੰਦਾ ਸਿੰਘ ਜਿਹੜਾ ਸੀ ਉਹ ਕੋਈ ਵੀ ਉਹਨੇ ਇਸ ਤਰ੍ਹਾਂ ਦਾ ਕੰਮ ਨਹੀਂ ਕੀਤਾ ਜਿਹਦੇ ਨਾਲ ਗੁਰੂ ਨੂੰ ਉਹਨੇ ਪਿੱਠ ਦਿੱਤੀ। ਉਹਨੇ ਬੰਦਾ ਸਿੰਘ ਬਣ ਤੋਂ ਲੈ ਕੇ ਸ਼ਹੀਦੀ ਤੱਕ ਉਹਨੇ ਹਰ ਇੱਕ ਹੁਕਮ ਗੁਰੂ ਦਾ ਮੰਨਿਆ ਤੇ ਉਸੇ ਹੁਕਮ ਦੇ ਮੁਤਾਬਕ ਉਹਨੇ ਆਪਣੀ ਜ਼ਿੰਦਗੀ ਬਸਰ ਕੀਤੀ ਹੈ। ਇਹ ਬਸ ਸਾਡੇ ਕੁਝ ਤਾਕਤਵਰ ਜਿਹੜੀਆਂ ਧਿਰਾਂ ਨੇ ਜਿਨ੍ਹਾਂ ਨੂੰ ਸਾਡੇ ਯੋਧੇ ਚੰਗੇ ਨਹੀਂ ਲੱਗਦੇ, ਉਹ ਧਿਰਾਂ ਜਿਹੜੀਆਂ ਨੇ ਕਿਤੇ ਨਾ ਕਿਤੇ ਸਾਡੇ ਯੋਧਿਆਂ ਨੂੰ ਨੀਵਾਂ ਵਿਖਾਉਣ ਦਾ ਯਤਨ ਕਰਦੀਆਂ ਨੇ, ਉਹ ਆਪਣੇ ਪਾਸੇ ਲਿਜਾਣਾ ਚਾਹੁੰਦੀਆਂ ਨੇ। ਸੋ ਧੰਨਵਾਦ ਹੈ ਭਾਈ ਦਿਲਬਾਗ ਸਿੰਘ ਜੀ ਧਾਰੀਵਾਲ ਦਾ, ਜਿਨ੍ਹਾਂ ਨੇ ਆਪਣਾ ਸਮਾਂ ਕੱਢ ਕੇ ਬਾਬਾ ਬੰਦਾ ਸਿੰਘ ਬਹਾਦਰ ਦੇ ਜੀਵਨ ਬਾਰੇ ਸਾਨੂੰ ਜਾਣਕਾਰੀ ਦਿੱਤੀ ਹੈ। ਉਹਨਾਂ ਦੀ ਸ਼ਹਾਦਤ ਦੇ ਬਾਰੇ ਅਸੀਂ ਕੱਲ੍ਹ ਇਸੇ ਟਾਈਮ ਫੇਸਬੁੱਕ ਪੇਜ ਦੇ ਉੱਤੇ ਲਾਈਵ ਹੋਵਾਂਗੇ। ਖਿਮਾ ਦੀ ਰਚਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।